से देह आवे। तरवर विशुने नह पात जुड़ते, जाम माग गौन अकेली। बिनवंत नानक नाम हर के, सदा फिरत दुहेली। बिनवंत नानक बिन नाम हर के, सदा फिरत दुहेली। सुकाओ टल गुर से अहनिस सहज, दर्शन परसय जन्म मरण दुख। होवै सिफत खसम, नूर अरसों कुरसों। तुद डिठे सच्चे, मल जन्म जन्म दे। तुद डिठे सच्चे, मल जन्म जन्म दे। सतनाम श्री वाहिगुरु साहिब जीओ। वडहंस महला पंजवा घर दूजा। एक ओंकार सतगुर प्रसाद। मेरे अंतर लोचा मिलन की प्यारे, हूँ क्यों पाई गुर पूरे। जे सो खेल खिलाइए बालक, रह ना सके बिन खीरे। मेरे अंतर भुख ना उतरै माली, जे सो भोजन मैं नीरे। मेरे मन तन प्रेम भ्रम का, बिन दर्शन क्यों मन धीरे। मेरे अंतर लोचा मिलन की प्यारे, हो क्यों पाई गुर पूरे। वाहिगुरु जी का खालसा, वाहिगुरु जी की फतेह। वालिए कुल आलम सरवरे कायनात, दो जहान वाली शब्दावतार गुरु ग्रंथ साहिब पातशाह जीआं दी पवित्र पावन हजूरी का आनंद माण रही गुरु की संगत। आप संगतां ने सतगुरां दी इलाही गुरबाणी दे आनंद प्राप्त कीते। कीर्तन दे रूप दे विच, नितनेम दे रूप दे विच गुरबाणी सरवण कर रहे सी। इस वेले आपां सतगुरां दी गुरबाणी दी लड़ीवार जो कथा है, इस वेले 564 अंग दे उपर जो चल रही है, सतगुरु पातशाह जी दे पवित्र शब्द आपां सरवण कर रहे हाँ। वडहंस राग दा नाम है। इस राग दे विच सतगुरां ने ये बाणी उचारी है। आओ बड़ी भावना नाल सरवण करिए, मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। वडहंस महला पंजवा घर दूजा। वडहंस राग दा नाम है ਅਤੇ महला नाम गुरमुखो ਸਰੂਪ ਦਾ ਹੈ। ਤੇ ਪੰਜਵਾਂ ਅੰਕ ਅੱਗੇ ਪਾਇਆ ਹੈ। ਪੰਜਵਾਂ ਜੋ ਅੰਕ ਹੈ ਉਹ ਗਿਣਤੀ ਹੈ ਕਿ ਵਡਹੰਸ ਰਾਗ ਦੇ ਵਿੱਚ ਪੰਜਵੇਂ ਸਰੂਪ ਗੁਰੂ ਅਰਜਨ ਸਾਹਿਬ ਜੀਆਂ ਦਾ ਇਹ ਸ਼ਬਦ ਹੈ। ਮਹੱਲਾ ਨਾਮ ਸਰੂਪ ਦਾ ਤੇ ਪੰਜਵਾਂ ਤੋਂ ਭਾਵ ਹੈ ਪੰਜਵੇਂ ਗੁਰੂ ਅਰਜਨ ਦੇਵ ਪਾਤਸ਼ਾਹ। ਦੂਜੇ ਘਰ ਦੇ ਅੰਦਰ ਇਸ ਸ਼ਬਦ ਨੂੰ ਜੋ ਰਾਗੀ ਸਿੰਘ ਗੁਰਬਾਣੀ ਦੇ ਸ਼ਬਦ ਗਾਇਨ ਕਰਦੇ ਨੇ, ਉਹਨਾਂ ਨੂੰ ਹੁਕਮ ਹੈ ਜਦੋਂ ਇਹ ਰਾਗ ਪੜ੍ਹਨਾ ਹੈ ਇਸ ਨੂੰ ਦੂਜੇ ਘਰ ਦੇ ਅੰਦਰ ਪੜ੍ਹਿਆ ਜਾਵੇ।
ਐਸੀ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਫਰਮਾਉਂਦੇ ਨੇ ਅਕਾਲ ਪੁਰਖ ਇੱਕ ਹੈ। ਏਕਾ ਜੋ ਲਾਇਆ ਨਾ, ਗਣਿਤ ਦਾ ਮਹਾਰਾਜ ਨੇ ਏਕਾ ਲਾਇਆ। ਈੜੀ ਨੂੰ ਸਿਹਾਰੀ ਕੱਕਾ ਵੀ ਲਿਖ ਸਕਦੇ ਸੀ, ਉਹ ਵੀ ਇੱਕ ਬਣ ਜਾਂਦਾ। ਪਰ ਜੇ ਇਸ ਤਰ੍ਹਾਂ ਮਹਾਰਾਜ ਲਿਖਦੇ, ਵਿਦਵਾਨਾਂ ਨੇ ਉਹਦੇ ਕਈ ਅਰਥ ਕਰ ਲੈਣੇ ਸਨ। ਸਿਹਾਰੀ ਦਾ ਵੱਖਰਾ, ਈੜੀ ਦਾ ਵੱਖਰਾ, ਕੱਕੇ ਦਾ ਵੱਖਰਾ। ਪਰ ਮਹਾਰਾਜ ਜੀਆਂ ਨੇ ਇੱਥੇ ਏਕਾ ਗਣਿਤ ਦਾ ਲਾਇਆ। ਗਣਿਤ ਦੇ ਏਕੇ ਤੋਂ ਭਾਵ ਹੈ ਇੱਕ, ਪਰਮਾਤਮਾ ਇੱਕ ਹੈ। ਇਸ ਏਕੇ ਦਾ ਹੋਰ ਕੋਈ ਅਰਥ ਨਹੀਂ ਬਣ ਸਕਦਾ। ਸਿਰਫ ਇਹ ਏਕਾ ਇਹ ਗੱਲ ਕਹਿੰਦਾ ਪਰਮਾਤਮਾ ਇੱਕ ਹੈ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਆਕਾਸ਼ ਦੇ ਵਿੱਚ ਇੱਕੋ ਹੀ ਸੂਰਜ ਹੈ, ਪਰ ਰੁੱਤਾਂ ਕਈ ਨੇ, ਮੌਸਮ ਕਈ ਨੇ, ਬਹਾਰਾਂ ਕਈ ਨੇ। ਪਰਮਾਤਮਾ ਹੈ ਇੱਕੋ ਹੀ। ਉਹਨੇ ਕਈ ਧਰਮ ਪੈਦਾ ਕੀਤੇ, ਕਈ ਪੈਗੰਬਰ ਪੈਦਾ ਕੀਤੇ, ਕਈ ਅਵਤਾਰ ਪੈਦਾ ਕੀਤੇ, ਕਈ ਤਰ੍ਹਾਂ ਦੀ ਉਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ। ਤਾਂ ਗੁਰੂ ਅਰਜਨ ਸਾਹਿਬ ਨੇ ਲਿਖਿਆ ਇੱਕ ਪਰਮਾਤਮਾ ਇੱਕ ਹੈ। ਦੁਨੀਆ ਬਣਾਈ ਉਹਨੇ ਰੰਗਾਂ ਰੰਗਾਂ ਦੀ ਹੈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ। ਰੰਗਾਂ ਰੰਗਾਂ ਭਾਂਤਾਂ ਭਾਂਤਾਂ ਦੀ ਵੱਖੋ ਵੱਖਰੇ ਤਰ੍ਹਾਂ ਦੀਆਂ ਉਹਨੇ ਜਿਨਸਾਂ ਨਸਲਾਂ ਪੈਦਾ ਕੀਤੀਆਂ। ਪਰ ਇਹਨਾਂ ਸਾਰੀਆਂ ਨਸਲਾਂ ਨੂੰ ਪੈਦਾ ਕਰਨ ਵਾਲਾ ਉਹ ਪਰਮਾਤਮਾ ਇੱਕ ਹੈ। ਮਾਂ ਬਾਪ ਦੇ ਘਰ ਵਿੱਚ ਔਲਾਦ ਪੈਦਾ ਹੁੰਦੀ ਹੈ, ਭਾਵੇਂ 2 ਬੱਚੇ ਹੋਣ, ਭਾਵੇਂ 4 ਬੱਚੇ ਹੋਣ। ਪੈਦਾ ਕਰਨ ਵਾਲੇ ਮਾਂ ਬਾਪ ਜਿਹੜੇ ਨੇ ਇੱਕੋ ਹੀ ਨੇ। ਪਰ ਫਿਰ ਵੀ ਉਹਨਾਂ ਬੱਚਿਆਂ ਦੇ ਨੈਣ ਨਕਸ਼ ਇੱਕ ਦੂਜੇ ਨਾਲ ਮਿਲਦੇ ਜੁਲਦੇ ਨੇ। ਉਹਨਾਂ ਦੇ ਨੈਣ ਨਕਸ਼ਾਂ ਤੋਂ ਪਤਾ ਲੱਗ ਜਾਂਦਾ ਹੈ ਭੈਣ ਭਰਾ ਨੇ ਜਾਂ ਭਾਈ ਭਾਈ ਨੇ। ਪਰਮਾਤਮਾ ਇੱਕ ਇਹੋ ਜਿਹਾ ਬਾਪ ਹੈ, ਇਹੋ ਜਿਹੀ ਉਹ ਮਾਤਾ ਹੈ ਜਿਹਨੇ ਸਾਰਾ ਸੰਸਾਰ ਪੈਦਾ ਕੀਤਾ, ਪਰ ਇੱਕ ਨੂੰ ਦੂਜੇ ਨਾਲ ਉਹਨੇ ਰਲਣ ਨਹੀਂ ਦਿੱਤਾ। ਨਾ ਸੁਭਾਅ ਕਰਕੇ, ਨਾ ਗੁਣਾਂ ਕਰਕੇ, ਇੱਥੋਂ ਤੱਕ ਕਿ ਖੂਨ ਦੇ ਵਿੱਚ ਤੱਤ ਵੀ ਵੱਖੋ ਵੱਖਰੇ ਬਣਾ ਛੱਡੇ। ਹੈ ਉਹ ਇੱਕੋ ਹੀ ਪਰਮਾਤਮਾ, ਪਰ ਉਸ ਪਰਮਾਤਮਾ ਨੇ ਸ੍ਰਿਸ਼ਟੀ ਜਿਹੜੀ ਉਹ ਵੱਖੋ ਵੱਖਰੀ ਸਾਜੀ ਹੈ। ਨਸਲਾਂ ਤੇ ਵੱਖੋ ਵੱਖਰੀਆਂ ਪੈਦਾ ਕੀਤੀਆਂ। ਰੰਗੀ ਰੰਗੀ ਭਾਂਤੀ ਕਰ ਕਰ, ਰੰਗਾਂ ਰੰਗਾਂ ਦੀਆਂ ਭਾਂਤਾਂ ਭਾਂਤਾਂ ਦੀਆਂ ਉਸਨੇ ਜਿਨਸਾਂ ਕਹੀਏ ਸ਼ਕਲਾਂ ਬਣਾਈਆਂ, ਸਰੀਰ ਬਣਾਏ। ਉਹਨਾਂ ਸਰੀਰਾਂ ਦੇ ਵੱਖੋ ਵੱਖਰੇ ਗੁਣ, ਵੱਖੋ ਵੱਖਰੇ ਸੁਭਾਅ ਪਰਮਾਤਮਾ ਨੇ ਬਣਾਏ। ਬਣਾਉਣ ਵਾਲਾ ਇੱਕ ਹੈ, ਪਰ ਬਣਾਉਂਦਾ ਉਹ ਕਈ ਤਰ੍ਹਾਂ ਦੇ ਹੈ। ਉਹਨੂੰ ਕਿਹਾ ਜਾਂਦਾ ਓਅੰਕਾਰ। ਓਅੰਕਾਰ ਉਹ ਹੈ ਜਿਹੜਾ ਕਈ ਤਰ੍ਹਾਂ ਦੀ ਸ੍ਰਿਸ਼ਟੀ ਬਣਾਉਂਦਾ ਪਿਆ ਹੈ। ਇੱਕ ਪਰਿਵਾਰ ਦੇ ਵਿੱਚ ਬੱਚੇ ਨੇ, ਪਰ ਉਹਨਾਂ ਦੇ ਖੂਨ ਦਾ ਗਰੁੱਪ, ਬਲੱਡ ਗਰੁੱਪ ਵੱਖੋ ਵੱਖਰਾ ਹੋ ਸਕਦਾ। ਇਹ ਪਰਮਾਤਮਾ ਦੀ ਕੁਦਰਤ ਹੈ, ਇਹ ਉਹਦੀ ਮੌਜ ਹੈ। ਸਤਿਗੁਰ ਪ੍ਰਸਾਦ। ਐਸੇ ਪਰਮਾਤਮਾ ਦੀ ਪ੍ਰਾਪਤੀ ਜੇ ਤੂੰ ਕਰਨੀ ਚਾਹੁੰਦਾ ਹੈ, ਤੈਨੂੰ ਗੁਰੂ ਦੀ ਰਹਿਮਤ ਲੈਣੀ ਪਵੇਗੀ, ਗੁਰੂ ਦੀ ਬਖਸ਼ਿਸ਼ ਲੈਣੀ ਪਵੇਗੀ, ਤਾਂ ਉਸ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾਚਰਨ ਲਿਖਿਆ ਗੁਰੂ ਅਰਜਨ ਦੇਵ ਜੀਆਂ ਨੇ ਕਿ ਪਰਮਾਤਮਾ ਇੱਕ ਹੈ। ਦੁਨੀਆ ਰੰਗਾਂ ਰੰਗਾਂ ਦੀ ਉਹ ਬਣਾਉਂਦਾ ਹੈ, ਕਈ ਤਰ੍ਹਾਂ ਦੀ ਬਣਾਉਂਦਾ ਹੈ। ਜੇ ਐਸੇ ਪਰਮਾਤਮਾ ਨੂੰ ਤੂੰ ਸਿੱਖਾ ਪ੍ਰਾਪਤ ਕਰਨਾ ਚਾਹੁੰਦਾ ਹੈ ਨਾ, ਤੇ ਸਤਿਗੁਰ ਪ੍ਰਸਾਦ, ਤੈਨੂੰ ਗੁਰੂ ਦੀ ਰਹਿਮ ਲੈਣੀ ਪਵੇਗੀ, ਬਖਸ਼ਿਸ਼ ਲੈਣੀ ਪਵੇਗੀ, ਪਿਆਰ ਲੈਣਾ ਪਵੇਗਾ। ਗੁਰੂ ਤੇਰੇ 'ਤੇ ਤਰੁੱਠੇਗਾ, ਤਰਸ ਕਰੇਗਾ, ਫਿਰ ਤੈਨੂੰ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਮੇਰੇ ਅੰਤਰ ਲੋਚਾ ਮਿਲ ਕੀ ਪਿਆਰੇ, ਹਉ ਕਿਉ ਪਾਈ ਗੁਰਪੂਰੇ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਇਸ ਪਹਿਲੀ ਪੰਕਤੀ ਵਿੱਚ ਸਵਾਲ ਕਰਦੇ ਨੇ। ਸਾਡਾ ਜਿਹੜਾ ਸਵਾਲ ਹੈ ਨਾ, ਸਾਡੇ ਸਵਾਲ ਨੂੰ ਗੁਰੂ ਨੇ ਇੱਥੇ ਉਠਾਇਆ ਹੈ। ਜਿਵੇਂ ਅਸੀਂ ਦੁਨੀਆ ਦੇ ਵਿੱਚ ਰਹਿੰਦੇ ਹਾਂ, ਅਸੀਂ ਇੱਕ ਲੀਡਰ ਚੁਣਦੇ ਹਾਂ, ਨੇਤਾ ਚੁਣਦੇ ਹਾਂ। ਸਾਨੂੰ ਕੀ ਪ੍ਰੋਬਲਮ ਹੈ, ਕੀ ਸਾਨੂੰ ਸੰਕਟ ਹੈ, ਕੀ ਸਾਡਾ ਦੁੱਖ ਹੈ, ਉਹ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਅੱਗੇ ਜਾ ਕੇ ਸਰਕਾਰਾਂ ਤੱਕ ਉਹ ਗੱਲ ਪਹੁੰਚਾਉਂਦੇ, ਅਤੇ ਫਿਰ ਉਹਦਾ ਹੱਲ ਕੱਢ ਕੇ ਤੇ ਸਾਨੂੰ ਦੱਸਦੇ। ਮਹਾਰਾਜ ਸਾਹਿਬ ਜੀ ਇੱਥੇ ਸਾਡੀ ਜਿਹੜੀ ਸ਼ਿਕਾਇਤ ਹੈ ਨਾ, ਜਾਂ ਸਾਡੀ ਜਿਹੜੀ ਲੋੜ ਹੈ,
ਜਾਂ ਸਾਡੀ ਜਿਹੜੀ ਬੇਨਤੀ ਹੈ ਉਹਨੂੰ ਪਹਿਲਾਂ ਇੱਥੇ ਦਰਜ ਕਰਦੇ ਪਿਆ ਵੀ ਬੇਨਤੀ ਕੀ ਹੈ। ਬੇਨਤੀ ਇਹ ਹੈ, ਗੁਰ ਪੂਰੇ, ਇਹ ਪੂਰੇ ਗੁਰੂ ਦੇ ਅੱਗੇ ਆ ਕੇ ਗੁਰੂ ਕਿਹਾ ਸਿੱਖਾ ਅਰਦਾਸ ਕੀ ਕਰਨੀ ਹੈ, ਮੇਰਾ ਮਨ ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੇ। ਉਹ ਜਿਹੜਾ ਪਿਆਰਾ ਪਰਮਾਤਮਾ ਹੈ ਉਹਦੇ ਨਾਲ ਮਿਲਣ ਦੀ ਮੈਨੂੰ ਬਹੁਤ ਜ਼ਿਆਦਾ ਲੋਚਾ ਕਹੀਏ ਇੱਛਾ ਲੱਗੀ ਹੋਈ ਹੈ। ਆਪਾਂ ਆਏ ਹਾਂ ਗੁਰੂ ਦਰਬਾਰ ਦੇ ਵਿੱਚ, ਕੀ ਅਸੀਂ ਇਹ ਇੱਛਾ ਲੈ ਕੇ ਆਏ ਹਾਂ ਕਿ ਮੈਂ ਰੱਬ ਨੂੰ ਮਿਲਣਾ ਹੈ। ਪਹਿਲਾਂ ਤਾਂ ਸਾਨੂੰ ਇਹ ਜਾਣਨਾ ਪਵੇਗਾ ਵੀ ਮੈਂ ਗੁਰਦੁਆਰੇ ਆਇਆ, ਗੁਰੂ ਦੇ ਕੋਲ ਆਇਆ, ਮੈਂ ਆਪਣੇ ਮਨ ਵਿੱਚ ਕੀ ਸੋਚ ਕੇ ਆਇਆ ਹਾਂ। ਅਸੀਂ ਮਨ ਵਿੱਚ ਇਹ ਸੋਚਿਆ ਮੈਨੂੰ ਪਦਾਰਥ ਮਿਲੇ, ਮੇਰੇ ਪਰਿਵਾਰ ਨੂੰ ਸੁੱਖ ਮਿਲੇ। ਅਸੀਂ ਦੁਨੀਆ ਦੀਆਂ ਵਸਤੂਆਂ ਸੋਚ ਕੇ ਆਏ ਗੁਰੂ ਦੇ ਕੋਲ, ਅਤੇ ਜਿਹੜੀ ਵਸਤੂ ਸੋਚ ਕੇ ਆਏ ਉਹ ਤਾਂ ਮਿਲ ਗਈ, ਪਰ ਜਿਹਦੇ ਬਾਰੇ ਸੋਚਿਆ ਹੀ ਨਹੀਂ ਉਹ ਮਿਲੇਗਾ ਕਿਵੇਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਹਿਲਾਂ ਸੋਚ ਬਦਲ, ਪਹਿਲਾਂ ਤੇਰੀ ਸੋਚ ਘਰੋਂ ਚੱਲਣ ਲੱਗਿਆ ਇਹ ਹੋਵੇ ਮੈਂ ਆਪਣੇ ਗੁਰੂ ਦੇ ਕੋਲ ਚੱਲਿਆ, ਪਰ ਗੁਰੂ ਨੂੰ ਮੈਂ ਬੇਨਤੀ ਇਹ ਕਰਨੀ ਹੈ ਕਿ ਮੈਨੂੰ ਪਰਮਾਤਮਾ ਨਾਲ ਮਿਲਾ ਦੇ, ਜਾਨੀ ਕੋ ਜਾਨੀ ਮਿਲਾ ਦੇ। ਆਇਆ ਸੀ ਨਾ ਆ ਕੇ ਇੱਕ ਫਕੀਰ ਮਹਾਰਾਜ ਨੂੰ ਕਹਿੰਦਾ ਸੀ ਜਾਨੀ ਕੋ ਜਾਨੀ ਮਿਲਾ ਦੇ, ਜਾਨੀ ਇਹਦਾ ਨਾਮ ਸੀ, ਅਤੇ ਉਹ ਇਹ ਗੱਲ ਕਹਿੰਦਾ ਸੀ ਵੀ ਮੈਨੂੰ ਪਰਮਾਤਮਾ ਦੇ ਨਾਲ ਮਿਲਾ। ਹੁਣ ਅਸੀਂ ਗੁਰੂ ਦੇ ਕੋਲ ਆਏ ਹਾਂ, ਪਹਿਲਾਂ ਸਾਨੂੰ ਇਹ ਸਮਝਣਾ ਪੈਣਾ ਵੀ ਅਸੀਂ ਲੈਣ ਕੀ ਆਏ। ਇੱਥੇ ਅਸੀਂ ਲੈਣ ਆਏ ਹਾਂ ਪਰਮਾਤਮਾ ਦੀ ਪ੍ਰਾਪਤੀ। ਗੁਰੂ ਦੇ ਅੱਗੇ ਅਰਦਾਸ ਕਰ, ਗੁਰ ਪੂਰੇ ਪੂਰੇ ਸਤਿਗੁਰੂ ਜੀ ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੇ। ਮੇਰੇ ਅੰਦਰ ਅੱਜ ਲੋਚਾ ਇੱਛਾ ਬਣ ਗਈ ਹੈ ਰੱਬ ਨੂੰ ਮਿਲਣ ਦੀ। ਬਣੀ ਕਦੋਂ ਹੈ? ਉਹ ਅੱਜ ਬਣੀ ਹੈ, ਕਿਉਂਕਿ ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਸੀ ਨਾ ਵੀ ਰੱਬ ਨੂੰ ਕਿਵੇਂ ਮਿਲਣਾ, ਮਿਲਣਾ ਹੈ ਕਿ ਨਹੀਂ ਮਿਲਣਾ। ਪਹਿਲਾਂ ਸਾਡੇ ਮਨ ਵਿੱਚ ਇਹ ਸੀ ਵੀ ਮੈਂ ਦੁਨੀਆ ਦੇ ਪਦਾਰਥ ਮੰਗਾਂ, ਬਸ ਉਹੀ ਮੰਗਦੇ ਰਹੇ। ਹੁਣ ਸੋਝੀ ਆਈ ਹੈ ਵੀ ਨਹੀਂ, ਪਦਾਰਥ ਤੇ ਇੱਥੇ ਰਹਿ ਜਾਣਾ ਹੈ, ਮੈਂ ਉਹ ਮੰਗਾਂ ਜਿਹੜਾ ਮੇਰੇ ਨਾਲ ਨਿਭਣ ਵਾਲਾ ਪਰਮਾਤਮਾ। ਇਸ ਕਰਕੇ ਮੇਰੀ ਅੱਜ ਇੱਛਾ ਜਾਗੀ ਹੈ ਵੀ ਮੈਂ ਰੱਬ ਨੂੰ ਕਿਉਂ ਨਾ ਮਿਲਾਂ। ਮੇਰੇ ਅੰਤਰ ਲੋਚਾ ਇੱਛਾ ਪੈਦਾ ਹੋ ਗਈ ਰੱਬ ਨੂੰ ਮਿਲਣ ਵਾਸਤੇ। ਹਉ ਕਿਉਂ ਕਰ ਪਾਈ, ਅਤੇ ਮੇਰੀ ਇਹ ਇੱਛਾ ਪੂਰੀ ਕਿਵੇਂ ਹੋਵੇ। ਦੋ ਸਵਾਲ ਨੇ ਗੁਰਮੁਖੋ। ਪਹਿਲਾਂ ਤਾਂ ਸਾਡੇ ਮਨ ਵਿੱਚ ਇੱਛਾ ਹੀ ਨਹੀਂ ਹੈ, ਹੁਣ ਇੱਛਾ ਬਣੀ ਹੈ, ਪਰ ਇੱਛਾ ਤਾਂ ਬਣ ਗਈ, ਉਹਨੂੰ ਰੱਬ ਨੂੰ ਕਿਵੇਂ ਪਾਵਾਂ। ਅਸੀਂ ਬਿਮਾਰ ਹੋ ਜਾਂਦੇ ਨਾ, ਸਾਨੂੰ ਭੁੱਖ ਨਹੀਂ ਲੱਗਦੀ ਹੈ, ਅਤੇ ਡਾਕਟਰ ਦੇ ਕੋਲ ਜਾਈਦਾ, ਡਾਕਟਰ ਭੁੱਖ ਲੱਗਣ ਦੀ ਦਵਾਈ ਦੇਵੇਗਾ। ਵੈਦ ਕੋਲ ਜਾਈਦਾ, ਭੁੱਖ ਲੱਗਣ ਦੀ ਦਵਾਈ ਦੇਵੇਗਾ। ਹੁਣ ਭੁੱਖ ਲੱਗਣ ਦੀ ਦਵਾਈ ਵੱਖਰੀ ਹੈ, ਪਰ ਜਦੋਂ ਭੁੱਖ ਲੱਗੇਗੀ ਉਦੋਂ ਖਾਣਾ ਕੀ ਹੈ ਉਹ ਵੀ ਤਾਂ ਪ੍ਰਬੰਧ ਹੋਣਾ ਚਾਹੀਦਾ। ਭੁੱਖ ਨਹੀਂ ਲੱਗੀ ਤੇ ਖਾਣ ਦਾ ਪ੍ਰਬੰਧ ਨਹੀਂ ਹੈ, ਪਰ ਜੇ ਭੁੱਖ ਲੱਗ ਗਈ ਹੈ ਤੇ ਰਸੋਈ ਦੇ ਵਿੱਚ ਕੁਝ ਨਾ ਕੁਝ ਤੇ ਹੋਵੇ ਨਾ ਖਾਣ ਵਾਸਤੇ, ਤਾਂ ਹੀ ਖਾਵਾਂਗਾ। ਸਾਨੂੰ ਪਹਿਲਾਂ ਤਾਂ ਇੱਛਾ ਲੱਗੀ ਨਹੀਂ ਸੀ ਵੀ ਰੱਬ ਨੂੰ ਮਿਲਣਾ। ਜੇ ਉਹਨੂੰ ਇੱਛਾ ਲੱਗੀ ਹੈ ਤੇ ਫਿਰ ਅੱਗੇ ਤਰੀਕਾ ਵੀ ਤਾਂ ਲੱਭਣਾ ਪਵੇਗਾ ਨਾ ਵੀ ਕਿਵੇਂ ਉਹਨੂੰ ਪ੍ਰਾਪਤ ਕਰਾਂ। ਹੋਂ ਕਿਉਂ ਕਰ ਪਾਈ, ਕਿਵੇਂ ਮੈਂ ਉਸ ਇੱਛਾ ਨੂੰ ਪੂਰਾ ਕਰਾਂ ਜਿਹੜੀ ਮੈਨੂੰ ਲੱਗ ਚੁੱਕੀ ਹੈ। ਪਹਿਲਾਂ ਤਾਂ ਇੱਛਾ ਲੱਗੀ ਨਹੀਂ, ਹੁਣ ਲੱਗੀ ਹੈ ਗੁਰੂ ਦੇ ਦਰ 'ਤੇ ਆ ਕੇ, ਸਮਝ ਲੱਗੀ ਹੈ। ਅਤੇ ਜੇ ਇੱਛਾ ਲੱਗੀ ਹੈ, ਹੁਣ ਮੇਰਾ ਸਵਾਲ ਦੂਜਾ ਇਹ ਆ ਵੀ ਮੈਂ ਪਾਵਾਂਗਾ ਉਹਨੂੰ ਕਿਵੇਂ। ਸਤਿਗੁਰੂ ਬਖਸ਼ਦੇ ਹਨ। ਜੇ ਸੋ ਖੇਲ ਖਿਲਾਈਏ ਬਾਲਕ ਰਹਿ ਨਾ ਸਕੇ ਬਿਨ ਖੀਰੇ। ਮੈਨੂੰ ਦੁਨੀਆ ਦੀ ਹੁਣ ਕੋਈ ਚੀਜ਼ ਚੰਗੀ ਨਹੀਂ ਲੱਗਦੀ। ਪਹਿਲਾਂ ਸੀ ਮੈਂ ਗੁਰੂ ਦੇ ਕੋਲ ਆਉਂਦਾ, ਮਹਾਰਾਜ ਇਹ ਦੇ ਦਿਓ ਮੈਨੂੰ, ਇਹ ਦੇ ਦਿਓ, ਕਿਉਂਕਿ ਉਦੋਂ ਪਤਾ ਨਹੀਂ ਵੀ ਪਰਮਾਤਮਾ ਕੀ ਹੈ। ਹੁਣ ਸਮਝ ਲੱਗ ਗਈ ਹੈ ਵੀ ਪਰਮਾਤਮਾ ਨੂੰ ਪਾਉਣਾ। ਹੁਣ ਮੈਨੂੰ ਦੁਨੀਆ ਦੇ ਪਦਾਰਥ ਵਸਤੂਆਂ ਚੰਗੇ ਲੱਗਦੇ ਹੀ ਨਹੀਂ। ਕਿਵੇਂ ਨਹੀਂ ਚੰਗੇ ਲੱਗਦੇ? ਇੱਕ ਉਦਾਹਰਨ ਦਿੱਤੀ ਮਹਾਰਾਜ ਨੇ। ਤੁਹਾਡੇ ਘਰ ਦੇ ਵਿੱਚ ਛੋਟਾ ਜਿਹਾ ਇੱਕ ਬੱਚਾ ਹੈ ਜਿਹੜਾ ਬੋਲ ਤੇ ਨਹੀਂ ਸਕਦਾ, ਪਰ ਖੇਡ ਸਕਦਾ ਖਿਡੌਣਿਆਂ ਦੇ ਨਾਲ। ਉਸ ਬੱਚੇ ਦੇ ਅੱਗੇ ਮਾਂ-ਬਾਪ ਨੇ ਜਾਂ ਘਰ ਦੇ ਹੋਰ ਮੈਂਬਰਾਂ ਨੇ 100 ਖਿਡੌਣਾ ਲਿਆ ਕੇ ਰੱਖਿਆ। ਬੱਚਾ ਇਹਦੇ ਨਾਲ ਖੇਡੇਗਾ, ਬੱਚਾ ਇਹਦੇ ਨਾਲ ਖੇਡੇਗਾ। ਜੇ 100 ਖੇਡਣ ਵਾਲੇ ਖਿਡੌਣੇ ਲਿਆ ਕੇ 100 ਰੱਖ ਦਿੱਤੇ, ਉਸ ਬੱਚੇ ਨੂੰ ਖਿਡਾਉਣ ਵਾਲੇ 100 ਬੰਦੇ ਵੀ ਘਰ ਵਿੱਚ ਮੌਜੂਦ ਨੇ। ਕੋਈ ਚਾਚਾ, ਕੋਈ ਤਾਇਆ, ਕੋਈ ਮਾਮਾ, ਕੋਈ ਦਾਦਾ, ਕੋਈ ਦਾਦੀ, ਕੋਈ ਮਾਂ, ਕੋਈ ਬਾਪ, ਕੋਈ ਭੈਣ, ਕੋਈ ਭਰਾ, ਸਾਰੇ ਰਿਸ਼ਤੇਦਾਰ ਕੋਲ ਨੇ।
ਹੁਣ ਰਿਸ਼ਤੇਦਾਰ ਵੀ ਕੋਲ ਨੇ ਖਿਡਾਉਣ ਵਾਸਤੇ, ਬੱਚੇ ਦੇ ਖੇਡਣ ਵਾਸਤੇ ਖਿਡੌਣੇ ਵੀ ਕੋਲ ਨੇ। ਪਰ ਮਹਾਰਾਜ ਕਹਿਣ ਲੱਗੇ ਜਦੋਂ ਬੱਚੇ ਨੂੰ ਭੁੱਖ ਲੱਗੇਗੀ ਨਾ, ਤੇ ਫਿਰ ਤੇਰੇ ਖਿਡੌਣੇ ਜਿੰਨੇ ਮਰਜ਼ੀ ਘਰ ਵਿੱਚ ਚਾਬੀ ਵਾਲੇ ਨੇ, ਭਾਵੇਂ ਹੱਥ ਵਿੱਚ ਫੜ ਕੇ ਚਲਾਉਣ ਵਾਲੇ ਨੇ, ਉਹ ਖਿਡੌਣਿਆਂ ਨੂੰ ਲੱਤ ਮਾਰ ਕੇ ਪਰੇ ਕਰੇਗਾ। ਰਿਸ਼ਤੇਦਾਰ ਜਿੰਨੇ ਮਰਜ਼ੀ ਕੋਲ ਨੇ, ਚੁੱਕ ਚੁੱਕ ਕੇ ਵਰਾਉਂਦੇ ਪਏ ਵੀ ਰੋ ਨਾ, ਸਾਰਿਆਂ ਦੇ ਮੂੰਹ ਨੂੰ ਪਰੇ ਕਰੇਗਾ। ਉਹ ਆਪਣੀ ਮਾਂ ਨੂੰ ਲੱਭੇਗਾ, ਕਿਉਂਕਿ ਮੇਰੀ ਮਾਂ ਨੇ ਮੈਨੂੰ ਦੁੱਧ ਦੇਣਾ ਹੈ। ਬੱਚੇ ਨੂੰ ਭੁੱਖ ਲੱਗੀ ਹੈ, ਭੁੱਖ ਦੇ ਸਮੇਂ ਕੋਈ ਖਿਡੌਣਾ ਚੰਗਾ ਨਹੀਂ ਲੱਗਾ, ਭੁੱਖ ਦੇ ਸਮੇਂ ਕੋਈ ਰਿਸ਼ਤੇਦਾਰ ਉਹਨੂੰ ਚੰਗਾ ਨਹੀਂ ਲੱਗਾ। ਕੌਣ ਚੰਗਾ ਲੱਗਾ? ਮਾਂ। ਕਿਉਂ? ਕਿਉਂਕਿ ਮਾਂ ਦੁੱਧ ਦੇਵੇਗੀ ਤੇ ਉਹਦੀ ਭੁੱਖ ਦੂਰ ਹੋਵੇਗੀ। ਮਹਾਰਾਜ ਕਹਿਣ ਲੱਗੇ ਜੇ 100 ਖੇਲ ਖਿਲਾਈਏ, 100 ਤੋਂ ਭਾਵ ਹੁੰਦਾ ਸੈਂਕੜੇ, ਸੈਂਕੜੇ ਖੇਡਾਂ ਤੂੰ ਬੱਚੇ ਨੂੰ ਖਿਡਾ ਵਿਹੜੇ ਵਿੱਚ ਬੈਠਾ, ਪਰ ਉਹਨਾਂ ਚਿਰ ਖੇਡੇਗਾ ਜਿੰਨਾ ਚਿਰ ਭੁੱਖ ਨਹੀਂ ਹੈ, ਉਹਨਾਂ ਚਿਰ ਤੇਰੇ ਨਾਲ ਲਾਡ ਕਰੇਗਾ। ਪਰ ਪਾਤਸ਼ਾਹ ਕਹਿਣ ਲੱਗੇ ਜਦੋਂ ਭੁੱਖ ਲੱਗੇਗੀ ਰਹਿ ਨਾ ਸਕੈ, ਬਿਨ ਖੀਰੇ ਦੁੱਧ ਤੋਂ ਬਿਨਾਂ ਬੱਚਾ ਰਹਿ ਨਹੀਂ ਜੇ ਸਕਦਾ। ਸੋ ਬੇਨਤੀ ਹੈ ਕਿ ਪਿੱਛੇ ਇੱਕ ਵੀਰ ਜੀ ਫੋਨ 'ਤੇ ਲੱਗੇ ਹੋਏ ਨੇ, ਬੇਨਤੀ ਹੈ ਕਿ ਜੇ ਫੋਨ ਕਰਨਾ ਤਾਂ ਆਪ ਜੀ ਉੱਠ ਕੇ ਬਾਹਰ ਚਲੇ ਜਾਓ। ਦਰਬਾਰ ਦੇ ਵਿੱਚ ਫੋਨ ਕਰਨਾ ਬਿਲਕੁਲ ਮਨਾਹੀ ਹੈ। ਸੇਵਾਦਾਰਾਂ ਨੂੰ ਵੀ ਬੇਨਤੀ ਹੈ ਕਿ ਭਾਈ ਇਹ ਸਿੱਖ ਨੂੰ ਬੇਨਤੀ ਕਰੋ ਤਾਂ ਕਿ ਬਾਹਰ ਚਲੇ ਜਾਵੇ। ਅਸੀਂ ਇੱਥੇ ਕਥਾ ਸੁਣਨ ਵਾਸਤੇ ਆਏ ਹਾਂ, ਮਨ ਟਿਕਾਉਣ ਵਾਸਤੇ ਆਏ ਹਾਂ, ਆਪਣੀਆਂ ਗੱਲਾਂ ਕਰਨ ਵਾਸਤੇ ਨਹੀਂ ਆਏ। ਬੇਨਤੀ ਹੈ ਜੇ ਤੁਹਾਨੂੰ ਫੋਨ ਆਇਆ ਜ਼ਰੂਰੀ ਹੈ ਤਾਂ ਆਪ ਜੀ ਉੱਠ ਕੇ ਬਾਹਰ ਚਲੇ ਜਾਓ, ਦਰਬਾਰ ਦੇ ਵਿੱਚ ਸ਼ਾਂਤੀ ਬਣਾ ਕੇ ਬੈਠੋ। ਵਾਰ-ਵਾਰ ਇਹ ਬੇਨਤੀ ਕਰੀਦੀ ਹੈ ਫੋਨ ਬੰਦ ਕਰਕੇ ਆਇਆ ਕਰੋ। ਦੁਬਾਰਾ ਪੜੋ। ਜੇ ਸੋ ਖੇਲ ਖਿਲਾਈਏ ਬਾਲਕ, ਰਹਿ ਨਾ ਸਕੇ ਬਿਨ ਖੀਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਬੱਚੇ ਨੂੰ ਜਿੰਨੀਆਂ ਮਰਜ਼ੀ ਆਪਾਂ ਖੇਡਾਂ ਕਰਵਾ ਦਈਏ, ਜਿੰਨਾ ਮਰਜ਼ੀ ਉਹਨੂੰ ਖਿਡਾ ਦਈਏ, ਪਰ ਉਹ ਜਿਹੜਾ ਬਾਲਕ ਹੈ ਦੁੱਧ ਤੋਂ ਬਿਨਾਂ ਰਹਿ ਨਹੀਂ ਸਕਦਾ। ਇੱਕ ਵਾਰੀ ਧਿਆਨ ਭੜਕ ਜਾਵੇ ਨਾ, ਧਿਆਨ ਪਾਸੇ ਹੋ ਜਾਵੇ, ਦੁਬਾਰਾ ਜੋੜਨਾ ਬੜਾ ਔਖਾ ਹੈ। ਔਰ ਜਿਹੜਾ ਕਥਾ ਕਰਦਾ ਨੂੰ ਉਹਦੇ ਵਾਸਤੇ ਜ਼ਿਆਦਾ ਔਖਾ ਹੈ, ਉਸ ਪ੍ਰਕਾਰ ਨੂੰ ਦੁਬਾਰਾ ਫਿਰ ਸ਼ੁਰੂ ਕਰਨਾ ਜਿਹੜਾ ਚੱਲਦਾ ਪਿਆ ਹੈ। ਬੇਨਤੀ ਹੈ ਕਿ ਆਪ ਜੀ ਜਿੰਨਾ ਚਿਰ ਦਰਬਾਰ ਵਿੱਚ ਬੈਠਦੇ ਹੋ ਕਿਰਪਾ ਕਰਕੇ ਸ਼ਾਂਤੀ ਬਣਾ ਕੇ ਰੱਖਿਆ ਕਰੋ ਤਾਂ ਕਿ ਸਾਡੇ ਗੱਲ ਕੋਈ ਸਮਝ ਪੈ ਜਾਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹਜ਼ਾਰਾਂ ਖੇਡਾਂ ਖੇਡਣ ਦੇ ਬਾਵਜੂਦ ਵੀ ਬਾਲਕ ਨੂੰ ਜਦੋਂ ਭੁੱਖ ਲੱਗਦੀ ਹੈ ਉਹਨੂੰ ਖੇਡਾਂ ਨਹੀਂ ਚੰਗੀਆਂ ਲੱਗਦੀਆਂ, ਉਹਨੂੰ ਰਿਸ਼ਤੇਦਾਰ ਚੰਗੇ ਨਹੀਂ ਲੱਗਦੇ। ਇਸੇ ਤਰ੍ਹਾਂ ਪਰਮਾਤਮਾ ਮੈਨੂੰ ਪਹਿਲਾਂ ਦੁਨੀਆ ਦੀਆਂ ਖੇਡਾਂ, ਦੁਨੀਆ ਦੇ ਪਦਾਰਥ ਚੰਗੇ ਲੱਗਦੇ ਸਨ, ਪਹਿਲਾਂ ਮੈਨੂੰ ਆਪਣੇ ਰਿਸ਼ਤੇਦਾਰ ਮਾਂ ਬਾਪ ਭੈਣ ਭਰਾ ਚੰਗੇ ਲੱਗਦੇ ਸਨ, ਪਰ ਜਦੋਂ ਸਮਝ ਆ ਗਈ ਨਾ ਵੀ ਮੈਂ ਤੇ ਰੱਬ ਨੂੰ ਮਿਲਣਾ ਹੈ, ਬੱਚੇ ਨੂੰ ਸਮਝ ਆ ਗਈ ਨਾ ਮੈਨੂੰ ਭੁੱਖ ਲੱਗੀ ਹੈ, ਮੈਨੂੰ ਦੁੱਧ ਚਾਹੀਦਾ, ਉਹਨੂੰ ਰਿਸ਼ਤੇਦਾਰ ਵੀ ਚੰਗਾ ਨਹੀਂ ਲੱਗਾ, ਉਹਨੂੰ ਖਿਡੌਣਾ ਵੀ ਚੰਗਾ ਨਹੀਂ ਲੱਗਾ। ਉਸ ਬੱਚੇ ਦੇ ਵਾਂਗ ਜਦੋਂ ਮੈਨੂੰ ਸਮਝ ਆ ਗਈ ਵੀ ਮੈਨੂੰ ਤੇ ਰੱਬ ਨੂੰ ਮਿਲਣ ਦੀ ਭੁੱਖ ਲੱਗੀ ਹੈ, ਫਿਰ ਮੈਨੂੰ ਦੁਨੀਆ ਦੇ ਇਹ ਪਦਾਰਥ, ਇਹ ਵਸਤੂਆਂ ਚੰਗੀਆਂ ਨਹੀਂ ਲੱਗਦੀਆਂ। ਤੇ ਸਤਿਗੁਰੂ ਪਾਤਸ਼ਾਹ ਦਾ ਆਪਾਂ ਬਚਨ ਪੜ੍ਹਦੇ ਹਾਂ ਗੁਰਬਾਣੀ ਦੇ ਅੰਦਰ, ਮਹਾਰਾਜ ਕਹਿਣ ਲੱਗੇ ਕਿ ਕੋਈ ਜਨ ਹਰਸਿਓ ਦੇਵੈ ਜੋਰ। ਇਹ ਉਹਨਾਂ ਦੀ ਅਵਸਥਾ ਹੈ ਜਿਨ੍ਹਾਂ ਨੂੰ ਭੁੱਖ ਲੱਗੀ ਹੈ। ਬੱਚੇ ਨੂੰ ਭੁੱਖ ਲੱਗੀ ਹੈ, ਕਹਿੰਦਾ ਖਿਡੌਣਾ ਨਹੀਂ ਚਾਹੀਦਾ, ਰਿਸ਼ਤੇਦਾਰ ਨਹੀਂ ਚਾਹੀਦਾ। ਜਿਨ੍ਹਾਂ ਨੂੰ ਭੁੱਖ ਲੱਗੀ ਹੈ ਵੀ ਮੈਂ ਰੱਬ ਦੇ ਨਾਲ ਮਿਲਣਾ ਹੈ, ਪਾਤਸ਼ਾਹ ਕਹਿਣ ਲੱਗੇ ਫਿਰ ਉਹ ਬੇਨਤੀ ਕਰਦੇ ਨੇ ਕੋਈ ਜਨ ਹਰਸਿਓ ਦੇਵੈ ਜੋਰ। ਕੋਈ ਇਹੋ ਜਿਹਾ ਗੁਰਮੁਖ ਮਿਲੇ ਜਿਹੜਾ ਮੈਨੂੰ ਪ੍ਰਮਾਤਮਾ ਦੇ ਨਾਲ ਜੋੜ ਦੇਵੇ, ਤੇ ਜਿਹੜਾ ਜੋੜੇਗਾ ਫਿਰ ਮੈਂ ਕੀ ਕਰਾਂਗਾ, ਚਰਨ ਗਹੋਂ ਬਕੋ ਸੁਭ ਰਸਨਾ, ਦੀਜੈ ਪ੍ਰਾਨ ਅਕੋਰ। ਮੈਂ ਤੇ ਉਹਦੇ ਭੱਜ ਕੇ ਪੈਰ ਫੜ ਲਵਾਂ, ਆਪਣੀ ਜ਼ੁਬਾਨ ਦੇ ਨਾਲ ਉਹਨੂੰ ਬੜੇ ਬੜੇ ਚੰਗੇ ਚੰਗੇ ਬਚਨ ਬੋਲ ਕੇ ਉਹਦਾ ਸਤਿਕਾਰ ਕਰਾਂ। ਇੱਥੋਂ ਤੱਕ ਕਿ ਜੇ ਮੈਨੂੰ ਆਪਣੇ ਪ੍ਰਾਣਾਂ ਦਾ ਕਿਤੇ ਦਾਨ ਵੀ ਦੇਣਾ ਪਵੇ ਨਾ, ਪ੍ਰਾਣ ਵੀ ਨਿਸ਼ਾਵਰ ਕਰਨੇ ਪੈਣ, ਤਾਂ ਮੈਂ ਪਿੱਛੇ ਨਹੀਂ ਹਟਾਂਗਾ। ਇਹ ਕਿਹਨੇ ਆਖਿਆ? ਜਿਹਨੂੰ ਸੋਝੀ ਆ ਗਈ ਹੈ, ਜਿਹਨੂੰ ਗਿਆਨ ਆ ਗਿਆ ਵੀ ਮੈਂ ਰੱਬ ਨੂੰ ਮਿਲਣਾ। ਤੇ ਜਿਨ੍ਹਾਂ ਨੂੰ ਗਿਆਨ ਆ ਜਾਂਦਾ ਫਿਰ ਦੁਨੀਆ ਦੇ ਪਦਾਰਥ ਦੀ ਪਰਵਾਹ ਨਹੀਂ ਕਰਦੇ, ਦੁਨੀਆ ਦੀ ਰਿਸ਼ਤੇਦਾਰੀ ਦੀ ਉਹ ਪਰਵਾਹ ਨਹੀਂ ਕਰਦੇ, ਉਹ ਜਾਂਦੇ ਨੇ ਰੱਬ ਨੂੰ ਮਿਲਣ ਵਾਸਤੇ। ਇਸ ਗੱਲ ਦਾ ਗਿਆਨ ਹੋਇਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ। ਜਦੋਂ ਗਿਆਨ ਹੋਇਆ ਨਾ ਵੀ ਗੁਰੂ ਨੂੰ ਮਿਲਣਾ ਤੇ ਫਿਰ ਰੱਬ ਨੂੰ ਮਿਲਣਾ, ਪਰਮੇਸ਼ਰ ਨੂੰ ਮਿਲਣਾ, ਫਿਰ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਮੇਰੀ ਰਿਸ਼ਤੇਦਾਰੀ ਕੀ ਹੈ, ਮੈਂ ਕੁੜਮਾਚਾਰੀ ਦੇ ਚੱਲਿਆ। ਆਪਾਂ ਜਾਂਦੇ ਹਾਂ ਨਾ ਕੁੜਮਾਂ ਦੇ, ਜਾਈਦਾ ਨਾ ਰਿਸ਼ਤੇਦਾਰਾਂ ਦੇ,
ਘਰੇ ਭਾਵੇਂ ਜਿਹੋ ਜਿਹੇ ਮਰਜ਼ੀ ਸਾਦੇ ਬਣ ਕੇ ਰਹੀਏ, ਪਰ ਉੱਥੇ ਅਸੀਂ ਗਹਿਣਾ ਗੱਟਾ ਆਪਣੇ ਹੱਥਾਂ ਵਿੱਚ ਪਾ ਕੇ ਮਹਿੰਗਾ ਸੂਟ ਬੂਟ ਪਾ ਕੇ ਜਾਈਦਾ ਵੀ ਕੁੜਮਾਂ ਦੇ ਚੱਲਿਆ। ਮੁੰਦਰੀਆਂ ਛਾਪਾਂ ਛੱਲੇ ਕੜੇ ਕੰਗਣ ਇਤਿਆਦਿਕ ਪਾਏ ਜਾਂਦੇ ਨੇ ਰਿਸ਼ਤੇਦਾਰੀ 'ਤੇ ਜਾਣ ਲੱਗਿਆ, ਅਤੇ ਕੁੜਮਾਂ ਦੇ ਤੇ ਖਾਸ ਕਰਕੇ। ਪਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਕੁੜਮਾਂ ਦੇ ਘਰ ਵਿੱਚ ਅੱਜ ਗਏ, ਉਹਨਾਂ ਨੇ ਸਾਡੇ ਵਾਂਗੂ ਤਿਆਰੀ ਕੋਈ ਨਹੀਂ ਕੀਤੀ ਹੈ, ਕੋਈ ਸੋਨੇ ਚਾਂਦੀ ਦਾ ਗਹਿਣਾ ਨਹੀਂ ਪਾਇਆ, ਕੋਈ ਚੰਗਾ ਸੂਟ ਬੂਟ ਨਹੀਂ ਪਹਿਨਿਆ, ਹੱਥ ਜੋੜ ਕੇ ਜਾ ਕੇ ਚਰਨਾਂ 'ਤੇ ਮੱਥਾ ਟੇਕਿਆ, ਮਹਾਰਾਜ ਮੈਂ ਕੁੜਮ ਬਣ ਕੇ ਨਹੀਂ ਸੇਵਕ ਬਣ ਕੇ ਆਇਆ, ਮੈਨੂੰ ਉਪਦੇਸ਼ ਦੇ ਕੇ ਨਿਹਾਲ ਕਰੋ। ਇਹ ਹੈ ਜਿਨ੍ਹਾਂ ਨੂੰ ਭੁੱਖ ਲੱਗੀ ਹੈ, ਉਹਨਾਂ ਨੂੰ ਫਿਰ ਰਿਸ਼ਤੇਦਾਰੀ ਦੀ ਪਰਵਾਹ ਨਹੀਂ ਰਹਿ ਜਾਂਦੀ ਵੀ ਲੋਕ ਕੀ ਕਹਿਣਗੇ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਇਤਿਹਾਸ ਪੜ੍ਹੋ। ਗੁਰੂ ਰਾਮਦਾਸ ਪਾਤਸ਼ਾਹ ਜਵਾਈ ਲੱਗਦੇ ਨੇ ਗੁਰੂ ਘਰ ਦੇ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ, ਪਰ ਜਵਾਈ ਹੋਣ ਦੇ ਬਾਵਜੂਦ ਵੀ ਕਹਿਣ ਲੱਗੇ ਮਿੱਟੀ ਦੇ ਟੋਕਰੇ ਭਰ ਭਰ ਕੇ ਬੌਲੀ ਦੇ ਵਿੱਚੋਂ ਬਾਹਰ ਕੱਢ ਦੇ। ਤੇ ਲਾਹੌਰ ਦੇ ਲੋਕਾਂ ਨੇ ਆ ਕੇ ਆਖਿਆ, ਕਹਿਣ ਲੱਗੇ ਉਹ ਸ਼ਰਮ ਕਰੋ, ਕੀ ਕਰਦੇ ਪਏ ਹੋ ਸੋਢੀਓ, ਤੁਸੀਂ ਇੱਕ ਪਾਸੇ ਗੁਰੂ ਘਰ ਦੇ ਜਵਾਈ ਹੋ ਗੁਰੂ ਅਮਰਦਾਸ ਜੀਆਂ, ਦੂਜੇ ਪਾਸੇ ਜਵਾਈ ਬਣ ਕੇ ਤੇ ਨੌਕਰ ਲੱਗਾ ਹੋਇਆ, ਤੈਨੂੰ ਖਾਨਦਾਨ ਦੀ ਸ਼ਰਮ ਨਹੀਂ ਆਈ ਵੀ ਲੋਕ ਕੀ ਕਹਿਣਗੇ। ਦੁਨੀਆ ਨੇ ਬੜਾ ਕੁਝ ਕਿਹਾ ਭਾਈ ਜੇਠੇ ਜੀ ਨੂੰ, ਉਹ ਕਹਿਣ ਲੱਗੇ ਮੈਨੂੰ ਨਹੀਂ ਪਰਵਾਹ ਰਿਸ਼ਤੇਦਾਰੀ ਦੀ, ਤੁਸੀਂ ਰਿਸ਼ਤੇਦਾਰ ਸਮਝਦੇ ਹੋਵੋਗੇ ਸਮਝੀ ਜਾਓ, ਮੈਂ ਤੇ ਗੁਰੂ ਸਮਝਦਾ ਹਾਂ, ਤੇ ਗੁਰੂ ਦਾ ਬਚਨ ਮੰਨਣਾ ਮੇਰਾ ਪਹਿਲਾ ਕਰਤੱਵ ਹੈ, ਪਹਿਲਾ ਕੰਮ ਹੈ, ਮੈਂ ਤੇ ਸੇਵਾ ਕਰਾਂਗਾ। ਜਿਨ੍ਹਾਂ ਨੂੰ ਮਿਲਣ ਦੀ ਇੱਛਾ ਲੱਗੀ ਹੈ ਨਾ, ਉਹ ਰਿਸ਼ਤੇਦਾਰੀ ਦੀ ਪਰਵਾਹ ਨਹੀਂ ਕਰਦੇ। ਤੇ ਦੋਨੇ ਰਿਸ਼ਤੇਦਾਰੀਆਂ ਵੱਡੀਆਂ ਆਪਾਂ ਉਦਾਹਰਨ ਵਾਸਤੇ ਲਈਆਂ ਨੇ, ਭਾਵੇਂ ਗੁਰੂ ਅਮਰਦਾਸ ਪਾਤਸ਼ਾਹ ਕੁੜਮ ਲੱਗਦੇ ਸਨ, ਭਾਵੇਂ ਗੁਰੂ ਰਾਮਦਾਸ ਪਾਤਸ਼ਾਹ ਜਵਾਈ ਲੱਗਦੇ ਸਨ, ਪਰ ਉਹਨਾਂ ਨੇ ਪਰਵਾਹ ਨਹੀਂ ਕੀਤੀ ਕਿਸੇ ਦੀ ਵੀ ਦੁਨੀਆ ਕੀ ਆਖੇਗੀ ਵੀ ਜਵਾਈ ਸੇਵਾ ਕਰਦਾ ਪਿਆ, ਦੁਨੀਆ ਕੀ ਆਖੇਗੀ ਕੁੜਮ ਸੇਵਾ ਕਰਦਾ ਪਿਆ, ਨਹੀਂ। ਤੇ ਪਾਣੀ ਭਰਨ ਦੀ ਸੇਵਾ ਜਿਹੜੀ ਹੈ ਨਾ, ਪਹਿਲੇ ਸਮੇਂ ਵਿੱਚ ਪੁਰਾਣੇ ਸਮੇਂ ਦੀ ਗੱਲ ਕਰੋ ਤੇ ਸਾਡੇ ਘਰਾਂ ਵਿੱਚ ਪਾਣੀ ਭਰਦੇ ਸਨ ਜਿਹੜੇ ਗਰੀਬ ਹੁੰਦੇ ਸਨ ਜਾਂ ਜਿਹੜੇ ਝਿਊਰ ਸਨ, ਉਹਨਾਂ ਨੂੰ ਹੁਕਮ ਹੁੰਦਾ ਸੀ ਪਾਣੀ ਭਰਨਾ। ਝਿਊਰ ਲੋਕ ਜਿਹੜੇ ਸਨ ਪਾਣੀ ਭਰ ਭਰ ਕੇ ਘਰਾਂ ਵਿੱਚ ਦਿੰਦੇ, ਗੋਲੇ ਲੱਗੇ ਹੁੰਦੇ। ਤੇ ਸੇਵਾ ਚੁਣੀ ਨਾ ਗੁਰੂ ਅਮਰਦਾਸ ਪਾਤਸ਼ਾਹ ਨੇ, ਤੇ ਪਾਣੀ ਭਰਨ ਦੀ ਸੇਵਾ ਚੁਣੀ ਹੈ। ਮੈਂ ਤੇ ਗੋਲਾ ਹਾਂ, ਮੈਂ ਤੇ ਦਾਸ ਹਾਂ, ਇਹ ਸੇਵਾ ਚੁਣੀ। ਇਹ ਸੇਵਾ ਕਰਕੇ ਤੇ ਪ੍ਰਤੱਖ ਗੁਰੂ ਬਣ ਕੇ ਵਿਰਾਜਮਾਨ ਹੋਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬੱਚੇ ਨੂੰ ਜਿੰਨੇ ਮਰਜ਼ੀ ਖਿਡੌਣੇ ਦਿਓ, ਦੁੱਧ ਬਿਨਾਂ ਨਹੀਂ ਜੇ ਰਹਿ ਸਕਦਾ, ਰਿਸ਼ਤੇਦਾਰੀ ਬਿਨਾਂ ਰਹਿ ਲਵੇਗਾ, ਖਿਡੌਣਿਆਂ ਬਿਨਾਂ ਰਹਿ ਲਵੇਗਾ, ਪਰ ਦੁੱਧ ਬਿਨਾਂ ਨਹੀਂ। ਜਿਨ੍ਹਾਂ ਨੂੰ ਭੁੱਖ ਲੱਗੀ ਹੈ ਨਾ ਸੱਚੇ ਨਾਮ ਦੀ, ਪਰਮੇਸ਼ਰ ਦੀ ਪ੍ਰਾਪਤੀ ਦੀ, ਮਿਲਾਪ ਦੀ, ਉਹਨਾਂ ਵਾਸਤੇ ਰਿਸ਼ਤੇਦਾਰੀ ਮਾਇਨਾ ਨਹੀਂ ਰੱਖਦੀ ਹੈ। ਉਹਨਾਂ ਵਾਸਤੇ ਦੁਨੀਆ ਦੇ ਪਦਾਰਥ ਮਾਇਨਾ ਕੁਝ ਨਹੀਂ ਰੱਖਦੇ ਵੀ ਕੁਝ ਮਿਲੇ ਤੇ ਕੁਝ ਨਾ ਮਿਲੇ, ਪਰ ਕਿਹਨਾਂ ਵਾਸਤੇ? ਮੇਰੇ ਅੰਤਰ ਲੋਚਾ ਮਿਲਣ ਕੀ। ਜਿਹੜੇ ਅੰਦਰ ਲੋਚਾ ਇੱਛਾ ਲੱਗੀ ਹੈ, ਅਸੀਂ ਤੇ ਬਾਹਰੋਂ ਬਾਹਰੀ ਇੱਛਾ ਵਿਖਾਉਂਦੇ ਵੀ ਮੈਂ ਰੱਬ ਨੂੰ ਮਿਲਣਾ ਚਾਹੁੰਦਾ ਪਰ ਮਿਲਿਆ ਨਹੀਂ, ਕਿਉਂਕਿ ਸਾਡੇ ਅੰਦਰ ਇੱਛਾ ਜਾਗੀ ਨਹੀਂ, ਅੰਦਰ ਭੁੱਖ ਲੱਗੀ ਨਹੀਂ ਹੈ। ਬਾਹਰੋਂ ਇਸ਼ਨਾਨ ਜਿੰਨਾ ਮਰਜ਼ੀ ਕਰੀ ਚੱਲ ਪਾਣੀ ਡੋਲ ਡੋਲ ਕੇ, ਪਰ ਜਿੰਨਾ ਚਿਰ ਪਿਆਸ ਨਹੀਂ ਲੱਗਦੀ ਉਹਨਾਂ ਚਿਰ ਪਾਣੀ ਪੀਣ ਨੂੰ ਜੀ ਨਹੀਂ ਕਰੇਗਾ, ਤੇ ਜਿੰਨਾ ਚਿਰ ਪਾਣੀ ਨਹੀਂ ਨਾ ਪੀਵੇਂਗਾ ਉਹਨਾਂ ਚਿਰ ਤੇਰਾ ਸਰੀਰ ਠੀਕ ਨਹੀਂ ਹੋਵੇਗਾ। ਇਸੇ ਤਰ੍ਹਾਂ ਬਾਹਰੀ ਤੇ ਇੱਛਾਵਾਂ ਅਸੀਂ ਮੰਗਦੇ ਹਾਂ, ਪਦਾਰਥ ਤੇ ਮੰਗਦੇ ਹਾਂ, ਪਰ ਉਹਨਾਂ ਚਿਰ ਜਿੰਨਾ ਚਿਰ ਅੰਦਰੋਂ ਭੁੱਖ ਨਹੀਂ ਲੱਗੀ ਸੱਚੇ ਨਾਮ ਦੀ, ਉਹਨਾਂ ਚਿਰ ਪ੍ਰਾਪਤੀ ਨਹੀਂ ਹੈ। ਮੇਰੇ ਅੰਤਰ ਭੁੱਖ ਨਾ ਉਤਰੈ ਮਾਲੀ, ਜੇ ਸੋ ਭੋਜਨ ਮੈਂ ਨੀਰੇ। ਅੰਮਾਲੀ ਤੋਂ ਭਾਵ ਹੁੰਦਾ ਅੰਮਾ। ਜਦੋਂ ਅਸੀਂ ਕਹਿੰਦੇ ਹਾਂ ਨਾ ਮਾਂ, ਤੇ ਹੌਲੀ ਹੌਲੀ ਉਹ ਸ਼ਬਦ ਬਦਲਦੇ ਗਏ, ਮਾਂ ਤੋਂ ਮੰਮਾ ਬਣ ਗਿਆ, ਪਰ ਮਾਂ ਨੂੰ ਪਹਿਲਾਂ ਕਹਿੰਦੇ ਸਨ ਅੰਮਾ। ਅੰਮਾ ਸ਼ਬਦ ਬੜਾ ਪਿਆਰਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅੰਮਾਲੀ, ਅੰਮਾ ਵਰਗੀ ਸਹੇਲੀ, ਇਹੋ ਜਿਹੀ ਸਹੇਲੀ ਜਿਹਦੇ ਨਾਲ ਅਸੀਂ ਸਾਰੀ ਗੱਲ ਸਾਂਝੀ ਕਰ ਸਕੀਏ, ਜਾਂ ਇਹੋ ਜਿਹਾ ਮਿੱਤਰ ਜਿਹਦੇ ਨਾਲ ਅਸੀਂ ਸਾਰੀ ਗੱਲ ਸਾਂਝੀ ਕਰ ਸਕੀਏ, ਆਪਣਾ ਦੁੱਖ ਆਪਣਾ ਸੁੱਖ, ਤੇ ਸਾਨੂੰ ਸਹੀ ਸਲਾਹ ਦੇਵੇ। ਬੱਚਾ ਆਪਣੇ ਮਾਂ-ਬਾਪ ਨਾਲ ਸਲਾਹ ਕਰਦਾ ਨਾ, ਤੇ ਮਾਂ-ਬਾਪ ਕਦੇ ਉਹਨੂੰ ਮਾੜੀ ਸਿੱਖਿਆ ਨਹੀਂ ਦਿੰਦੇ, ਸਹੀ ਸਿੱਖਿਆ ਦਿੰਦੇ, ਕਿਉਂਕਿ ਉਹਨਾਂ ਕੋਲ ਜੀਵਨ ਦਾ ਤਜਰਬਾ। ਜ਼ਿੰਦਗੀ ਵਿੱਚ ਸਾਡੇ ਕੁਝ ਦੋਸਤ ਜਾਂ ਸਾਡੀਆਂ ਕੁਝ ਸਹੇਲੀਆਂ ਹੁੰਦੀਆਂ ਜੋ ਸਾਡੇ ਪਰਿਵਾਰ ਦੇ ਮੈਂਬਰ ਵਾਂਗ ਹੀ ਨੇ, ਮਾਂ-ਬਾਪ ਦੇ ਵਾਂਗ ਹੀ ਨੇ। ਅਸੀਂ ਉਹਨਾਂ ਨਾਲ ਆਪਣੇ ਦਿਲ ਦੀ ਗੱਲ ਵੀ ਸਾਂਝੀ ਕਰ ਸਕਦੇ ਔਰ ਉਹਨਾਂ ਕੋਲੋਂ ਸਹੀ ਸਲਾਹ ਵੀ ਲੈ ਸਕਦੇ। ਤੇ ਸਤਿਗੁਰਾਂ ਨੇ ਸ਼ਬਦ ਵਰਤਿਆ ਅਮਾਲੀ, ਅੰਮਾ ਵਰਗੀ ਸਹੇਲੀ, ਮਾਂ ਵਰਗੀ ਜਿਹੜੀ ਸਹੇਲੀ ਹੈ ਜਾਂ ਬਾਪ ਵਰਗਾ ਜਿਹੜਾ ਮਿੱਤਰ ਹੈ। ਮੇਰੇ ਅੰਦਰ ਭੁੱਖ ਨਾ ਉਤਰੈ, ਉਹਨੂੰ ਜਾ ਕੇ ਪੁੱਛਿਆ ਵੀ ਮੇਰੇ ਅੰਦਰ ਭੁੱਖ ਲੱਗੀ ਹੈ ਤੇ ਉਤਰਦੀ ਨਹੀਂ, ਖਤਮ ਨਹੀਂ ਹੁੰਦੀ ਹੈ।
ਤੇ ਸਾਰਿਆਂ ਤੋਂ ਵੱਡੀ ਸਾਡੀ ਸਹੇਲੀ ਜਾਂ ਸਾਡਾ ਮਿੱਤਰ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਸਭ ਤੋਂ ਵੱਡੇ ਮਿੱਤਰ, ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦਾ ਉਹ ਨੇ ਮਿੱਤਰ। ਉਹਨਾਂ ਨੂੰ ਜਾ ਕੇ ਪੁੱਛਿਆ, ਮਹਾਰਾਜ ਮੇਰੀ ਭੁੱਖ ਨਹੀਂ ਲੈਂਦੀ ਪਈ, ਅੰਦਰੋਂ ਭੁੱਖ ਨਹੀਂ ਖਤਮ ਹੁੰਦੀ। ਜੇ ਸੋ ਭੋਜਨ ਮੈਂ ਨੀਰੇ, ਨੀਰੇ ਤੋਂ ਭਾਵ ਹੁੰਦਾ ਪਰੋਸ ਕੇ ਭੋਜਨ ਰੱਖਣਾ। ਇੱਕ ਤੇ ਹੁੰਦਾ ਨਾ ਭੋਜਨ ਬਣਿਆ ਰਸੋਈ 'ਚ ਪਿਆ, ਜਾਓ ਖਾ ਲਓ ਜਿਹਨੂੰ ਭੁੱਖ ਲੱਗੀ ਹੈ। ਇੱਕ ਹੁੰਦਾ ਉਹ ਭੋਜਨ ਨੂੰ ਥਾਲੀ 'ਚ ਪਾ ਕੇ, ਕੌਲੀਆਂ 'ਚ ਸਬਜ਼ੀਆਂ ਪਾ ਕੇ, ਨਾਲ ਪ੍ਰਸ਼ਾਦੇ ਰੱਖਣੇ, ਸਲਾਦ ਰੱਖਣਾ, ਲਿਆ ਕੇ ਸਾਹਮਣੇ ਰੱਖਣਾ, ਉਹਨੂੰ ਕਹਿੰਦੇ ਭੋਜਨ ਪਰੋਸਣਾ। ਮਹਾਰਾਜ ਕਹਿਣ ਲੱਗੇ ਭਾਵੇਂ ਕੋਈ ਥਾਲ ਵਿੱਚ ਭੋਜਨ ਪਾ ਕੇ ਪਰੋਸ ਕੇ ਅੱਗੇ ਵੀ ਰੱਖ ਦੇਵੇ, ਪਰ ਇਹ ਦੁਨੀਆ ਦੇ ਸੈਂਕੜੇ ਭੋਜਨ ਖਾਣ ਦੇ ਨਾਲ ਮੇਰੇ ਅੰਦਰੋਂ ਭੁੱਖ ਖਤਮ ਨਹੀਂ ਹੋਈ। ਕਿਹੜੀ ਭੁੱਖ? ਸਾਚੇ ਨਾਮ ਕੀ ਲਾਗੈ ਭੂਖ, ਇਹ ਨਹੀਂ ਖਤਮ ਹੋਈ। ਦੁਨੀਆ ਦੇ ਪਦਾਰਥ ਨੂੰ ਖਾ ਕੇ ਕੀ ਕਰਾਂਗਾ? ਭਾਵੇਂ 4 ਸਬਜ਼ੀਆਂ ਖਾ ਲਾ ਤੇ ਭਾਵੇਂ ਇੱਕ ਖਾ ਲਾ, ਭੁੱਖ ਤੇ 8-10 ਘੰਟਿਆਂ ਬਾਅਦ ਫਿਰ ਲੱਗ ਜਾਣੀ। ਮੇਰੇ ਅੰਦਰ ਜਿਹੜੀ ਭੁੱਖ ਲੱਗੀ ਹੈ ਉਹ ਪਦਾਰਥਾਂ ਦੀ ਨਹੀਂ ਲੱਗੀ ਹੈ, ਬਹੁਤਾ ਖਾਣ ਦੇ ਨਾਲ ਵੀ ਕੁਝ ਨਹੀਂ ਹੋਣਾ। ਮੇਰੇ ਅੰਦਰ ਭੁੱਖ ਲੱਗੀ ਹੈ ਨਾਮ ਦੀ, ਪਰ ਉਸ ਨਾਮ ਦੀ ਭੁੱਖ ਨੂੰ ਮਿਟਾਉਣ ਵਾਸਤੇ ਕੋਈ ਬੰਦਾ ਕਈ ਤਰ੍ਹਾਂ ਦੇ ਭੋਜਨ ਥਾਲੀ ਵਿੱਚ ਪਾ ਕੇ ਮੇਰੇ ਸਾਹਮਣੇ ਰੱਖ ਦੇਵੇ, ਉਹ ਕਈ ਤਰ੍ਹਾਂ ਦੇ ਭੋਜਨ ਜਿਹੜੇ ਨੇ ਉਹ ਮੇਰੀ ਭੁੱਖ ਨੂੰ ਮਿਟਾ ਨਹੀਂ ਸਕਦੇ, ਕਿਉਂਕਿ ਪਦਾਰਥਾਂ ਦੀ ਨਹੀਂ, ਮੈਨੂੰ ਤੇ ਨਾਮ ਦੀ ਭੁੱਖ ਲੱਗੀ ਹੈ। ਪਰ ਲੱਗੀ ਕਿਵੇਂ ਹੈ? ਪੂਰੇ ਗੁਰੂ ਦੇ ਕੋਲ ਆ ਕੇ। ਪੂਰੇ ਗੁਰੂ ਨੇ ਸਮਝਾਇਆ, ਸਮਝ ਦਿੱਤੀ, ਸੋਝੀ ਦਿੱਤੀ ਹੈ। ਮੇਰਾ ਮਨ ਤਨ ਪ੍ਰੇਮ ਪ੍ਰਮ ਕਾ, ਬਿਨ ਦਰਸ਼ਨ ਕਿਉ ਮਨ ਧੀਰੇ। ਹੁਣ ਮੈਨੂੰ ਸਮਝ ਆ ਗਈ ਹੈ, ਮੇਰੇ ਮਨ ਦੇ ਵਿੱਚ ਔਰ ਮੇਰੇ ਤਨ ਦੇ ਵਿੱਚ ਜਿਹੜਾ ਪਿਆਰਾ ਪਰਮਾਤਮਾ ਹੈ ਉਹਦੇ ਪ੍ਰੇਮ ਦੀ ਇੱਛਾ ਲੱਗ ਗਈ ਹੈ। ਮੇਰੇ ਮਨ ਤਨ, ਮਨ ਸਰੀਰ ਦੇ ਵਿੱਚ ਜਿਹੜੇ ਸੰਕਲਪ ਨੇ, ਸੰਕਲਪਾਂ ਵਿੱਚ ਵੀ ਭੁੱਖ ਲੱਗ ਗਈ ਹੈ। ਅਸੀਂ ਸੋਚਦੇ ਹਾਂ ਨਾ ਕਈ ਗੱਲਾਂ ਅਸੀਂ ਦੁਨੀਆ ਨੂੰ ਦੱਸ ਨਹੀਂ ਸਕਦੇ, ਪਰ ਮਨ ਵਿੱਚ ਸੰਕਲਪ ਕਰਦੇ ਹਾਂ ਵੀ ਆਹ ਕੰਮ ਮੈਂ ਕਰਨਾ, ਜਦੋਂ ਮੈਂ ਕਰ ਲਵਾਂਗਾ ਫਿਰ ਮੈਂ ਦੁਨੀਆ ਨੂੰ ਦੱਸਾਂਗਾ ਵੀ ਆਹ ਮੈਂ ਕਰ ਲਿਆ। ਜੇ ਮੈਂ ਪਹਿਲਾਂ ਦੱਸ ਦਿੱਤਾ ਕੰਮ ਨਾ ਹੋਇਆ, ਲੋਕ ਮਖੌਲ ਕਰਨਗੇ। ਅਸੀਂ ਸੰਕਲਪ ਕਰਦੇ ਹਾਂ, ਮਨ ਵਿੱਚ ਫੁਰਨਾ ਕਰਦੇ, ਜਦੋਂ ਫੁਰਨਾ ਪੂਰਾ ਹੁੰਦਾ ਫਿਰ ਦੁਨੀਆ ਨੂੰ ਦੱਸੀਦਾ। ਮਹਾਰਾਜ ਕਹਿੰਦੇ ਮੇਰੇ ਫੁਰਨੇ ਦੇ ਵਿੱਚ ਵੀ ਇੱਛਾ ਇਹੋ ਹੀ ਹੈ ਵੀ ਰੱਬ ਨੂੰ ਮਿਲਾਂ। ਇਹਨੂੰ ਕਹਿੰਦੇ ਮਨ, ਜਿਹੜਾ ਤੇਰੇ ਅੰਦਰ ਸੰਕਲਪ ਬਣਿਆ, ਦੱਸਣਾ ਨਹੀਂ ਚਾਹੁੰਦਾ ਪਰ ਚਾਹੁੰਦਾ ਜ਼ਰੂਰ ਹੈ ਵੀ ਮੈਂ ਮਿਲਾਂ, ਇਹ ਮਨ ਹੈ। ਤਨ ਤੇਰਾ ਸਰੀਰ, ਮੇਰਾ ਸਰੀਰ ਵੀ ਚਾਹੁੰਦਾ ਵੀ ਮੈਨੂੰ ਗੁਰੂ ਮਿਲੇ, ਪਰਮੇਸ਼ਰ ਮਿਲੇ। ਮੇਰਾ ਮਨ ਤਨ ਅੰਤਰ ਲੋਚਾ ਮਿਲਣ ਕੀ ਪਿਆਰੇ। ਮੇਰੇ ਮਨ ਦੇ ਵਿੱਚ, ਮੇਰੇ ਤਨ ਦੇ ਵਿੱਚ ਪ੍ਰੇਮ ਬਣਿਆ ਹੋਇਆ ਪਿਆਰੇ ਦੇ ਪ੍ਰਤੀ, ਕਿ ਮੈਨੂੰ ਉਹਦੇ ਦਰਸ਼ਨ ਕਦੋਂ ਪ੍ਰਾਪਤ ਹੋਣ। ਬਿਨ ਦਰਸ਼ਨ ਕਿਉ ਮਨ ਧੀਰੇ, ਦਰਸ਼ਨਾਂ ਤੋਂ ਬਿਨਾਂ ਮੈਨੂੰ ਧੀਰਜ ਹੀ ਨਹੀਂ ਹੁੰਦਾ ਪਿਆ, ਮੈਨੂੰ ਹੌਸਲਾ ਹੀ ਨਹੀਂ ਹੁੰਦਾ ਪਿਆ। ਇਹ ਮੇਰੇ ਅੰਦਰ ਹਲਚਲ ਮੱਚੀ ਹੋਈ ਹੈ। ਸੁਣ ਸੱਜਣ ਮੇਰੇ ਪ੍ਰੀਤਮ ਭਾਈ, ਮੈਂ ਮਿਲਿਓ ਮਿੱਤਰ ਸੁਖ ਦਾਤਾ। ਫਿਰ ਸਤਿਗੁਰਾਂ ਨੂੰ ਆ ਕੇ ਬੇਨਤੀ ਕੀਤੀ। ਇਹ ਜਿਹਦੇ ਅੰਦਰ ਭੁੱਖ ਲੱਗੀ ਹੈ, ਬੇਨਤੀ ਕਿਵੇਂ ਕਰਨੀ ਹੈ ਸਾਨੂੰ ਮਹਾਰਾਜ ਅੱਜ ਦੱਸਦੇ ਪਏ। ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਮੇਰੇ ਸੱਜਣ ਹੋ, ਤੁਸੀਂ ਹੋ ਮੇਰੇ ਮਿੱਤਰ, ਤੁਸੀਂ ਹੋ ਮੇਰੇ ਪ੍ਰੀਤਮ, ਤੁਸੀਂ ਹੋ ਮੇਰੇ ਭਾਈ, ਤੁਸੀਂ ਹੋ ਮੇਰੇ ਦੋਸਤ, ਮੇਰੇ 'ਤੇ ਕਿਰਪਾ ਕਰੋ। ਤੇ ਗੁਰੂ ਨੇ ਪੁੱਛਿਆ ਕੀ ਕਿਰਪਾ ਕਰਨੀ ਹੈ? ਮੈਂ ਮੇਲੇ ਹੋ ਮਿੱਤਰ ਸੁਖ ਦਾਤਾ, ਜਿਹੜੇ ਸੁੱਖਾਂ ਨੂੰ ਦੇਣ ਵਾਲੇ ਮਿੱਤਰ ਸਤਿਗੁਰੂ ਨੇ, ਮੈਨੂੰ ਮਿਲ ਜਾਣ। ਜਦੋਂ ਅਸੀਂ ਆਪਣੇ ਦੋਸਤਾਂ ਨੂੰ ਕੋਈ ਬਿਮਾਰੀ ਦੱਸਾਂਗੇ ਨਾ, ਦੁੱਖ ਦੱਸਾਂਗੇ, ਸਾਨੂੰ ਇਲਾਜ ਵੀ ਦੱਸਦੇ, ਤੂੰ ਇਸ ਤਰ੍ਹਾਂ ਕਰ, ਤੂੰ ਇਹ ਪਰਹੇਜ਼ ਕਰ, ਤੂੰ ਫਲਾਣੇ ਡਾਕਟਰ ਕੋਲ, ਵੈਦ ਕੋਲ ਜਾ। ਜਦੋਂ ਅਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਦੱਸਾਂਗੇ ਨਾ ਵੀ ਇਹ ਦੋਸਤੋ, ਮਿੱਤਰੋ, ਭਰਾਵੋ, ਮੇਰੇ ਰਿਸ਼ਤੇਦਾਰੋ, ਮੈਂ ਗੁਰੂ ਨੂੰ ਮਿਲਣਾ ਚਾਹੁੰਦਾ ਹਾਂ, ਤੇ ਗੁਰੂ ਵੀ ਉਹ ਹੋਵੇ ਜਿਹੜਾ ਸੁੱਖ ਦੇਵੇ, ਤੇ ਫਿਰ ਉਹ ਮਿੱਤਰ, ਸਾਡੇ ਦੋਸਤ, ਰਿਸ਼ਤੇਦਾਰ ਫਿਰ ਸਾਡੀ ਮਦਦ ਕਰਨਗੇ। ਮਹਾਰਾਜ ਕਹਿਣ ਲੱਗੇ ਸੁਣ ਸੱਜਣ ਮੇਰੇ ਪ੍ਰੀਤਮ ਭਾਈ, ਐ ਮੇਰੇ ਭਰਾ, ਐ ਮੇਰੇ ਸੱਜਣ, ਐ ਮੇਰੇ ਮਿੱਤਰ, ਮੇਰੀ ਬੇਨਤੀ ਸੁਣ। ਬੇਨਤੀ ਕੀ ਹੈ? ਮੈਂ ਮਿਲ ਹੋ ਮਿੱਤਰ ਸੁਖ ਦਾਤਾ, ਸੁੱਖਾਂ ਨੂੰ ਦੇਣ ਵਾਲੇ ਜਿਹੜੇ ਗੁਰੂ ਸਾਹਿਬ ਨੇ ਉਹ ਮੈਨੂੰ ਮੇਲ ਦਿਓ, ਮੈਨੂੰ ਦੱਸ ਦਿਓ, ਕੋਈ ਸੋਝੀ ਦੇ ਦਿਓ, ਕੋਈ ਟਿਕਾਣਾ ਦੱਸ ਦਿਓ ਵੀ ਫਲਾਣੀ ਥਾਂ 'ਤੇ ਗੁਰੂ ਬੈਠਾ ਹੈ ਤੇ ਮੈਂ ਐਸੇ ਗੁਰੂ ਨੂੰ ਜਾ ਕੇ ਮਿਲਣਾ ਕਰਾਂ। ਉਹ ਜੀ ਕੀ ਮੇਰੀ ਸਭ ਬੇਦਨ ਜਾਣਾ, ਨਿਤ ਸੁਣਾਵੇ ਹਰ ਕੀਆਂ ਬਾਤਾਂ। ਮਿੱਤਰ ਨੇ ਪੁੱਛਿਆ, ਮਿੱਤਰ ਕਹਿੰਦਾ ਦੱਸ ਦੁੱਖ ਕੀ ਹੈ? ਰਿਸ਼ਤੇਦਾਰ ਨੇ ਪੁੱਛਿਆ ਵੀ ਗੁਰੂ ਲੱਭਦਾ ਪਿਆ, ਦੱਸ ਤੈਨੂੰ ਦੁੱਖ ਕੀ ਹੈ? ਤੇ ਦੱਸਣ ਵਾਲੇ ਨੇ ਦੱਸਿਆ, ਕਹਿਣ ਲੱਗਾ ਵੀ ਉਹ ਦੱਸਿਆ ਨਹੀਂ ਜਾ ਸਕਦਾ, ਮੇਰੇ ਅੰਦਰ ਜਿਹੜੀ ਪੀੜ ਹੈ ਨਾ ਉਹ ਗੁਰੂ ਆਪੇ ਜਾਣਦਾ। ਤੁਸੀਂ ਤੇ ਬਸ ਮੈਨੂੰ ਪੂਰੇ ਗੁਰੂ ਦਾ ਅਤਾ ਪਤਾ ਦੱਸ ਦਿਓ, ਐਡਰੈਸ ਦੱਸ ਦਿਓ ਵੀ ਗੁਰੂ ਪੂਰਾ ਰਹਿੰਦਾ ਕਿੱਥੇ ਹੈ।
ਮੇਰੇ ਅੰਦਰ ਪੀੜ ਕੀ ਹੈ, ਦੁੱਖ ਕੀ ਹੈ, ਬਿਪਤਾ ਕੀ ਹੈ, ਉਹ ਗੁਰੂ ਆਪੇ ਜਾਣਦਾ, ਤੁਹਾਨੂੰ ਦੱਸਣ ਦੀ ਲੋੜ ਨਹੀਂ। ਮੇਰੀ ਬੇਦਨ ਉਹ ਜੀ ਕੀ ਮੇਰੀ ਬੇਦਨ ਜਾਣੈ, ਉਹ ਮੇਰੇ ਅੰਦਰ ਦੀ ਪੀੜਾ ਨੂੰ ਜਾਣਦਾ ਜਿਹਨੂੰ ਮੈਂ ਲੱਭਦਾ ਪਿਆ। ਤੇ ਜਦੋਂ ਮੈਂ ਉਹਦੇ ਕੋਲ ਜਾਵਾਂਗਾ, ਨਿਤ ਸੁਣਾਵੈ ਹਰ ਕੀਆਂ ਬਾਤਾਂ, ਗੁਰੂ ਜਿਹੜੇ ਨੇ ਹਰ ਰੋਜ਼ ਪਰਮੇਸ਼ਰ ਦੀਆਂ ਗੱਲਾਂ ਸੁਣਾਉਂਦੇ, ਪਰਮੇਸ਼ਰ ਦੀ ਬਾਤ ਸੁਣਾਉਂਦੇ, ਪਰਮੇਸ਼ਰ ਦੀ ਪ੍ਰਾਪਤੀ ਦੀ ਕਹਾਣੀ ਸੁਣਾਉਂਦੇ ਨੇ ਗੁਰੂ ਪਾਤਸ਼ਾਹ ਜੀ। ਮੈਂ ਉਹਨਾਂ ਕੋਲੋਂ ਜਾ ਕੇ ਫਿਰ ਰਸਤਾ ਪੁੱਛਾਂਗਾ, ਜਿਹੜੇ ਮੇਰੇ ਅੰਦਰ ਪੀੜ ਲੱਗੀ ਹੋਈ ਹੈ ਉਹ ਫਿਰ ਮੇਰੀ ਮੁੱਕ ਜਾਂਦੀ ਹੈ। ਹਉ ਇੱਕ ਖਿਨ ਤਿਸ ਬਿਨ ਰਹਿ ਨ ਸਕਾਂ, ਜਿਉ ਚਾਤਰਿਕ ਜਲ ਕੋ ਬਿਲਾਤਾ। ਸਤਿਗੁਰੂ ਪਾਤਸ਼ਾਹ ਕਹਿੰਦੇ ਮੈਂ ਇੱਕ ਖਿਨ ਜਿੰਨਾ ਸਮਾਂ ਰਹਿ ਨਹੀਂ ਸਕਦਾ ਪਰਮਾਤਮਾ ਤੋਂ। ਖਿਨ ਕਿੰਨਾ ਸਮਾਂ? ਅੱਖ ਨੂੰ ਖੋਲ੍ਹਣਾ ਤੇ ਬੰਦ ਕਰਨਾ। ਅਸੀਂ ਆਪਣੀਆਂ ਅੱਖਾਂ ਦੀਆਂ ਪਲਕਾਂ ਨੂੰ ਝਪਕਦੇ ਹਾਂ ਨਾ, ਕਦੇ ਬੰਦ ਕਰਦੇ ਕਦੇ ਖੋਲ੍ਹਦੇ, ਇਹ ਸਮਾਂ। ਮੈਂ ਇੰਨਾ ਸਮਾਂ ਵੀ ਪਰਮੇਸ਼ਰ ਤੋਂ ਬਿਨਾਂ ਰਹਿ ਨਹੀਂ ਸਕਦਾ। ਕਿਵੇਂ? ਤੇ ਮਹਾਰਾਜ ਨੇ ਇੱਕ ਉਦਾਹਰਨ ਦਿੱਤੀ ਹੈ, ਕਹਿਣ ਲੱਗੇ ਜਿਵੇਂ ਬਬੀਹਾ ਸਵੰਤੀ ਬੂੰਦ ਬਿਨਾਂ ਨਹੀਂ ਰਹਿ ਸਕਦਾ। ਸਮੁੰਦਰ ਪਾਣੀ ਦੇ ਭਰੇ ਨੇ, ਨਹਿਰਾਂ ਪਾਣੀ ਦੀਆਂ ਭਰੀਆਂ ਨੇ, ਦਰਿਆ ਪਾਣੀ ਦੇ ਭਰੇ ਨੇ, ਤਲਾਬ ਪਾਣੀ ਦੇ ਭਰੇ ਨੇ, ਬਾਰਿਸ਼ ਹੁੰਦੀ ਪਈ ਹੈ, ਪਰ ਉਹ ਜਿਹੜੀਆਂ ਇੰਨਾ ਪਾਣੀ ਹੋਣ ਦੇ ਬਾਵਜੂਦ ਵੀ ਬਬੀਹੇ ਨੂੰ ਸਵੰਤੀ ਬੂੰਦ ਚਾਹੀਦੀ ਹੈ, ਉਹਦੇ ਨਾਲ ਉਹਦੀ ਪਿਆਸ ਬੁਝਦੀ ਹੈ। ਤੇ ਉਹ ਫਿਰ ਬਬੀਹਾ ਜਿਹੜਾ ਨਾ ਉਹ ਪ੍ਰਯੋ ਕਰਦਾ, ਪਰਮਾਤਮਾ ਨੂੰ ਯਾਦ ਕਰਦਾ ਹੈ, ਪਰਮਾਤਮਾ ਸਵੰਤੀ ਬੂੰਦ ਭੇਜ ਮੇਰੀ ਪਿਆਸ ਬੁਝੇ। ਬਬੀਹਾ ਸਵੰਤੀ ਬੂੰਦ ਬਿਨਾਂ ਰਹਿ ਨਹੀਂ ਸਕਦਾ। ਐ ਸਤਿਗੁਰੂ ਜੀ, ਜਿਵੇਂ ਬਬੀਹਾ ਨਹੀਂ ਨਾ ਰਹਿ ਸਕਦਾ, ਉਵੇਂ ਮੈਂ ਵੀ ਨਹੀਂ ਇਹ ਰਹਿ ਸਕਦਾ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਹਾਂ ਇੱਕ ਖਿਣ ਜਿੰਨਾ ਸਮਾਂ ਮੈਂ ਨਹੀਂ ਰਹਿ ਸਕਦਾ ਗੁਰੂ ਨੂੰ ਮਿਲਣ ਤੋਂ ਬਿਨਾਂ। ਤੇ ਗੁਰਮੁਖੋ ਜੇ ਪਿਆਰ ਤੁਸੀਂ ਪੜ੍ਹਨਾ ਨਾ ਵੀ ਪਿਆਰ ਕੀ ਹੁੰਦਾ, ਤੇ ਫਿਰ ਗੁਰੂ ਅਰਜਨ ਸਾਹਿਬ ਦੀ ਬਾਣੀ ਸ਼ਬਦ ਹਜ਼ਾਰੇ ਪੜ੍ਹੋ। ਉਹਦੇ ਵਿੱਚ ਮਹਾਰਾਜ ਨੇ ਲਿਖਿਆ ਵੀ ਗੁਰੂ ਨੂੰ ਮਿਲਣ ਦੀ ਇੱਛਾ ਕੀ ਹੁੰਦੀ ਹੈ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੈ ਚਾਤਰ ਕੀ ਨਿਆਈ। ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਹਾਂ ਘੋਲੀ ਜੀਓ ਘੋਲ ਕਮਾਈ, ਤੇ ਸੱਚੇ ਗੁਰ ਦਰਬਾਰੇ ਜੀਓ। ਇਹ ਬਾਣੀ ਜਿਹੜੀ ਸੀ ਨਾ ਗੁਰੂ ਅਰਜਨ ਸਾਹਿਬ ਨੇ ਲਾਹੌਰ ਸ਼ਹਿਰ ਦੇ ਵਿੱਚ ਬੈਠਿਆਂ ਉਚਾਰੀ ਹੈ। ਹਾਲੇ ਗੁਰੂ ਨਹੀਂ ਸਨ ਬਣੇ, ਪਰ ਉਹਨਾਂ ਨੇ ਆਪਣੇ ਅੰਦਰ ਦੀ ਤੜਫ ਨੂੰ ਦੱਸਿਆ ਇਹਦੇ ਵਿੱਚ ਵੀ ਮੇਰੇ ਅੰਦਰ ਆਪਣੇ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਨੂੰ ਮਿਲਣ ਦੀ ਕਿੰਨੀ ਤੜਫ ਹੈ। ਐਸਾ ਪ੍ਰੇਮ ਵੇਖ ਕੇ ਗੁਰੂ ਰਾਮਦਾਸ ਮਹਾਰਾਜ ਜੀ ਇੰਨੇ ਖੁਸ਼ ਹੋਏ, ਗੁਰੂ ਅਰਜਨ ਸਾਹਿਬ ਨੂੰ ਉਸੇ ਵੇਲੇ ਬੁਲਾਇਆ ਲਾਹੌਰ ਸ਼ਹਿਰ ਤੋਂ, ਆਪਣੇ ਗਲ ਦੇ ਨਾਲ ਲਾਇਆ, ਤੇ ਸਤਿਗੁਰਾਂ ਨੇ ਆਉਂਦਿਆਂ ਹੀ ਗੁਰਤਾ ਗੱਦੀ ਦੇ ਤਖਤ ਦੇ ਉੱਪਰ ਬਿਰਾਜਮਾਨ ਕੀਤਾ। ਇਹ ਉਦਾਹਰਨ ਤਾਂ ਲਈ ਹੈ, ਗੁਰੂ ਅਰਜਨ ਸਾਹਿਬ ਨੂੰ ਪਿਆਸ ਲੱਗੀ ਹੈ ਉਹਨਾਂ ਦੇ ਦਰਸ਼ਨ ਕਰਨ ਦੀ, ਤਾਂ ਹੀ ਉਹਨਾਂ ਨੇ ਆਖਿਆ ਕਿ ਮੈਂ ਆਪਣੇ ਗੁਰੂ ਦੇ ਦਰਸ਼ਨ ਕੀਤੇ ਬਿਨਾਂ ਰਹਿ ਨਹੀਂ ਸਕਦਾ। ਬਿਲਪ ਕਰੇ ਚਾਤਰਕ ਕੀ ਨਿਆਈ, ਜਿਵੇਂ ਬਬੀਹਾ ਵਰਲਾਪ ਕਰਦਾ ਸਵੰਤੀ ਬੂੰਦ ਵਾਸਤੇ, ਅੱਜ ਮੇਰੇ ਨੇਤਰਾਂ ਵਿੱਚ ਵੀ ਹੰਝੂ ਆ ਗਏ ਨੇ। ਮੇਰਾ ਮਨ ਵੀ ਵਰਲਾਪ ਕਰਦਾ ਪਿਆ ਵੀ ਕਦੋਂ ਮੈਨੂੰ ਮੇਰਾ ਗੁਰੂ ਮਿਲੇ, ਮੇਰੇ ਪਿਤਾ ਮਿਲਣ। ਇਹ ਉਹਨਾਂ ਨੇ ਅਵਸਥਾ ਆਪਣੀ ਜ਼ਾਹਰ ਕੀਤੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਹਾਂ ਇੱਕ ਖਿਣ ਤਿਸ ਬਿਨ ਰਹਿ ਨਾ ਸਕੋ। ਮੇਰੀ ਅਵਸਥਾ ਇਹ ਬਣ ਗਈ ਹੈ, ਪਿਆਸ ਇਹ ਬਣ ਗਈ ਹੈ। ਆਪਾਂ ਸ਼ਬਦ ਸ਼ੁਰੂ ਕੀਤਾ ਸੀ, ਪਹਿਲਾਂ ਤਾਂ ਸਾਨੂੰ ਇਹ ਹੀ ਨਹੀਂ ਪਤਾ ਵੀ ਇਸ ਦੁਨੀਆ 'ਤੇ ਲੈਣ ਕੀ ਹੈ। ਫਿਰ ਪਤਾ ਲੱਗ ਗਿਆ ਵੀ ਆਹ ਕੁਝ ਲੈਣ ਆਏ, ਉਹ ਲੈਣ ਵਾਸਤੇ ਫਿਰ ਮਿਲੇਗਾ ਕਿੱਥੋਂ? ਫਿਰ ਗੁਰੂ ਲੱਭਣਾ ਪਿਆ। ਫਿਰ ਗੁਰੂ ਲੱਭ ਕੇ ਫਿਰ ਗੁਰੂ ਦੇ ਅੱਗੇ ਫਰਿਆਦ ਕੀਤੀ, ਮਹਾਰਾਜ ਹੁਣ ਨਹੀਂ ਜੇ ਰਿਹਾ ਜਾਂਦਾ ਮੇਰੇ ਕੋਲੋਂ। ਕਿਵੇਂ ਨਹੀਂ ਰਿਹਾ ਜਾਂਦਾ? ਜਿਵੇਂ ਬਬੀਹਾ ਸਵੰਤੀ ਬੂੰਦ ਬਿਨਾਂ ਨਹੀਂ ਰਹਿ ਸਕਦਾ, ਮੈਂ ਤੁਹਾਡੇ ਦਰਦਾਰੇ ਬਿਨਾਂ ਦਰਸ਼ਨ ਬਿਨਾਂ ਨਹੀਂ ਰਹਿ ਸਕਦਾ। ਹਾਂ ਉਹ ਕਿਆ ਗੁਣ ਤੇਰੇ ਸਾਰ ਸੰਭਾਲੇ, ਮੈਂ ਨਿਰਗੁਣ ਕੋ ਰੱਖ ਲੇਤਾ। ਮੈਂ ਕਿਹੜੇ ਕਿਹੜੇ ਗੁਣ ਤੇਰੇ ਗਾਵਾਂ, ਕਿਉਂਕਿ ਤੇਰੇ ਗੁਣ ਹੀ ਬੜੇ ਨੇ, ਤੇਰੇ ਗੁਣ ਬਹੁਤੇ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਕਹਿ ਕੇ ਗਾਵਾਂ। ਤੇਰੇ ਵਿੱਚ ਗੁਣ ਨੇ ਬੇਅੰਤ, ਪਰ ਉਹਨਾਂ ਬੇਅੰਤ ਗੁਣਾਂ ਵਿੱਚੋਂ ਇੱਕ ਗੁਣ ਤੇਰੇ ਵਿੱਚ ਹੋਰ ਇੱਕ ਵੱਡਾ ਹੈ। ਉਹ ਗੁਣ ਵੱਡਾ ਇਹ ਹੈ ਕਿ ਤੂੰ ਮੇਰੇ ਵਰਗੇ ਨਿਰਗੁਣਿਆਂ ਨੂੰ ਵੀ ਤੂੰ ਰੱਖ ਲੈਂਦਾ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਸਾਡਾ ਗੁਰੂ ਤੇ ਐਡਾ ਵੱਡਾ, ਜਿਹੜੇ ਬਿਲਕੁਲ ਗੁਰੂ ਦੇ ਗੁਣ ਤੋਂ ਅਣਜਾਣ ਨੇ, ਗੁਰੂ ਨਾਲ ਸਗੋਂ ਧਰੋਹ ਕਮਾਉਂਦੇ ਨੇ, ਮਾੜਾ ਬੋਲਦੇ ਨੇ, ਗੁਰੂ ਤੇ ਉਹਨਾਂ ਨੂੰ ਵੀ ਗੁਣ ਬਖਸ਼ਿਸ਼ ਕਰਦਾ ਹੈ। ਤੁਹਾਡੇ ਵਿੱਚ ਗੁਣ ਬਹੁਤੇ ਨੇ, ਪਰ ਉਹਨਾਂ ਬਹੁਤੇ ਗੁਣਾਂ ਵਿੱਚੋਂ ਇੱਕ ਗੁਣ ਇਹ ਵੀ ਹੈ ਕਿ ਤੂੰ ਮੇਰੇ ਵਰਗੇ ਜਿਹੜੇ ਨਿਰਗੁਣ ਨੇ ਨਾ, ਜਿਨ੍ਹਾਂ ਵਿੱਚ ਕੋਈ ਗੁਣ ਨਹੀਂ, ਉਹਨਾਂ ਨੂੰ ਵੀ ਸਿਰ 'ਤੇ ਹੱਥ ਦੇ ਕੇ ਰੱਖ ਲੈਂਦਾ।
ਤੇ ਗੁਣ ਨਾ ਕੋਈ ਹੋਵੇ ਤੇ ਪਰਿਵਾਰ ਦੇ ਮੈਂਬਰ ਕੋਈ ਨਹੀਂ ਪਿਆਰ ਕਰਦੇ। ਘਰ ਦੇ ਵਿੱਚ ਨਹੁੰ ਲਿਆਂਦੀ ਹੈ ਨਾ, ਜੇ ਉਹਦੇ ਵਿੱਚ ਗੁਣ ਕੋਈ ਨਾ ਹੋਵੇ ਤੇ ਘਰ ਵਾਲੇ ਕਹਿੰਦੇ ਵੀ ਆਪਣਾ ਸਮਾਨ ਚੁੱਕ ਤੇ ਪਰਲੇ ਕਮਰੇ ਚਲੇ ਜਾ, ਵੱਖਰੀ ਹੋ ਜਾ, ਤੈਨੂੰ ਨਹੀਂ ਨਾਲ ਰੱਖਣਾ। ਗੁਣ ਕੋਲ ਨੇ ਤੇ ਤਾਂ ਪਰਿਵਾਰਕ ਮੈਂਬਰਾਂ ਵਿੱਚ ਸਾਂਝ ਬਣੀ ਹੈ, ਤਾਂ ਸਤਿਕਾਰ ਬਣਿਆ। ਪਰ ਸਤਿਗੁਰੂ ਪਾਤਸ਼ਾਹ ਤੁਸੀਂ ਤੇ ਐਸੇ ਵੱਡੇ ਸਮਰੱਥ ਹੋ ਜਿਹੜੇ ਬਿਨਾਂ ਗੁਣਾਂ ਵਾਲਿਆਂ ਦੇ ਸਿਰ ਤੇ ਵੀ ਸਿਰ ਤੇ ਹੱਥ ਰੱਖਦੇ ਹੋ, ਬਿਨਾਂ ਗੁਣਾਂ ਵਾਲਿਆਂ ਨੂੰ ਵੀ ਆਪ ਜੀ ਕਿਰਪਾ ਕਰਕੇ ਬਖਸ਼ ਲੈਂਦੇ ਹੋ। ਓ ਭਈ ਉਡੀਣੀ ਕੰਤ ਕੋ ਮਾਲੀ, ਸੋ ਫਿਰ ਕਦ ਨੈਣੀ ਦੇਖਾ। ਐ ਮਾਲੀ ਤੋਂ ਭਾਵ ਅੰਮਾ ਵੱਤ ਸਹੇਲੀ, ਮੈਂ ਉਡੀਨੀ ਕਹੀਏ ਉਦਾਸ ਹੋ ਗਈ ਆ, ਰਾਹ ਵੇਖਦਿਆਂ ਵੇਖਦਿਆਂ ਦਰਵਾਜ਼ੇ 'ਤੇ ਖਲੋਤੀ ਰਾਹ ਵੇਖਦੀ ਪਈਆਂ। ਕਾਹਦੇ ਵਾਸਤੇ? ਕਿ ਸੋ ਫਿਰ ਕਦ ਨੈਣੀ ਦੇਖਾਂ, ਉਸ ਪ੍ਰਮਾਤਮਾ ਨੂੰ ਮੈਂ ਆਉਂਦਿਆਂ ਕਦੋਂ ਵੇਖਾਂਗੀ, ਕਦੋਂ ਉਹ ਸਮਾਂ ਆਵੇਗਾ। ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ। ਬਾਬਾ ਫਰੀਦ ਸਾਹਿਬ ਜੀ ਕਹਿੰਦੇ 48 ਸਾਲ ਹੋ ਗਏ ਬੰਦਗੀ ਕਰਦੇ, ਸਰੀਰ ਬੁੱਢਾ ਹੋ ਗਿਆ, ਹੁਣ ਬਜ਼ੁਰਗ ਹੋ ਗਏ। ਉਹਨਾਂ ਨੇ ਆਪਣੀ ਅਵਸਥਾ ਲਿਖੀ ਹੈ ਨਾ, ਕਹਿਣ ਲੱਗੇ ਕਿ ਪਾਣੀ ਦਾ ਘੜਾ ਕੋਲ ਹੀ ਪਿਆ, ਪਰ ਹੁਣ ਉੱਥੋਂ ਤੱਕ ਚੱਲਣ ਦੀ ਸਮਰੱਥਾ ਕੋਈ ਨਹੀਂ ਰਹਿ ਗਈ ਹੈ। ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਭਵੇਂ ਓਮ, ਆਜ ਫਰੀਦਾ ਕੂੰਜੜਾ ਸਹਿ ਕੋਹਾਂ ਥੀਓ। ਇਸ ਅਵਸਥਾ ਵਿੱਚ ਜਦੋਂ ਪਹੁੰਚ ਗਏ ਨਾ ਚੱਲਣ ਫਿਰਨਾ, ਕਹਿਣ ਲੱਗੇ ਕਾਂ ਨੂੰ ਸੰਬੋਧਨ ਕਰਕੇ ਕਹਿੰਦੇ ਉਹ ਕਾਵਾਂ ਬਾਕੀ ਦੇ ਭਾਵੇਂ ਮਾਸ ਤੂੰ ਖਾ ਹੀ ਲੈਣਾ, ਪਰ ਅੱਖਾਂ ਨੂੰ ਨਾ ਖਾਈ। ਕਿਉਂ ਨਾ ਖਾਈ? ਕਿਉਂਕਿ ਅਜੇ ਮੈਨੂੰ ਇੱਛਾ ਹੈ ਰੱਬ ਦੇ ਦੀਦਾਰੇ ਕਰਨ ਦੀ, ਵੀ ਕਦੇ ਤੇ ਉਹ ਆਵੇਗਾ ਨਾ, ਅਖੀਰਲੇ ਸਵਾਸ ਤੱਕ ਇੱਛਾ ਬਣੀ ਰਹਿਣੀ ਹੈ ਵੀ ਦਰਸ਼ਨ ਦੇਵੇਗਾ। ਪਾਤਸ਼ਾਹ ਕਹਿਣ ਲੱਗੇ ਸੋ ਹੋਂ ਭਈ ਉਡੀਨੀ ਕੰਤ ਕੋ ਅਮਾਲੀ, ਮੈਂ ਤੇ ਉਦਾਸ ਹੋ ਗਈਆਂ ਰਸਤਾ ਤੱਕਦਿਆਂ ਤੱਕਦਿਆਂ, ਉਹ ਸਮਾਂ ਕਦੋਂ ਆਵੇ ਜਦੋਂ ਪ੍ਰਮਾਤਮਾ ਦੇ ਮੈਨੂੰ ਦਰਸ਼ਨ ਹੋਣਾ ਕਰਨ। ਸਭ ਰਸ ਭੋਗਣ ਵਿਸਰੈ, ਬਿਨ ਪਿਰ ਕਿਤੇ ਨ ਲੇਖਾ। ਦੁਨੀਆ ਦੇ ਪਦਾਰਥ ਮੈਨੂੰ ਖਾਣੇ ਭੁੱਲ ਗਏ ਨੇ, ਦੁਨੀਆ ਦੇ ਸੋਹਣੇ ਸੋਹਣੇ ਕੱਪੜੇ ਪਾਉਣੇ ਮੈਨੂੰ ਭੁੱਲ ਗਏ ਨੇ। ਕਿਉਂ ਭੁੱਲ ਗਏ ਨੇ? ਕਿਉਂਕਿ ਸਮਝ ਆ ਗਈ ਹੈ ਜਿੰਨਾ ਚਿਰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ, ਨਾ ਪਦਾਰਥਾਂ ਨੂੰ ਖਾ ਕੇ ਕੁਝ ਬੰਨਾ, ਨਾ ਸੋਹਣੇ ਵਸਤਰਾਂ ਨੂੰ ਪਾ ਕੇ ਕੁਝ ਬੰਨਾ ਹੈ। ਜਿੰਨਾ ਚਿਰ ਪਤੀ ਨਹੀਂ ਨਾ ਘਰ ਵਿੱਚ ਆਇਆ, ਉਹਨਾਂ ਚਿਰ ਰਸੋਈ ਵਿੱਚ ਜਿੰਨੇ ਮਰਜ਼ੀ ਭੋਜਨ ਬਣਾ ਕੇ ਰੱਖੀ ਜਾ, ਦੁਨੀਆ ਨੂੰ ਖਿਲਾਈ ਜਾ, ਉਹਨਾਂ ਚਿਰ ਆਪਣੇ ਮਨ ਨੂੰ ਸੰਤੋਖ ਨਹੀਂ ਆਉਣਾ ਜਿੰਨਾ ਚਿਰ ਬਣਿਆ ਭੋਜਨ ਪਤੀ ਨੇ ਨਹੀਂ ਖਾਧਾ। ਜਿੰਨੇ ਮਰਜ਼ੀ ਸਰੀਰ 'ਤੇ ਸ਼ਿੰਗਾਰ ਕਰ, ਨਵੇਂ ਨਵੇਂ ਕੱਪੜੇ ਪਾ, ਪਰ ਜਿੰਨਾ ਚਿਰ ਪਤੀ ਖੁਸ਼ ਨਹੀਂ ਹੋਇਆ ਸ਼ਿੰਗਾਰ ਕਾਹਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਇਸੇ ਤਰ੍ਹਾਂ ਸਭ ਰਸ ਭੋਗਣ, ਦੁਨੀਆ ਦੇ ਰਸਾਂ ਨੂੰ ਭੋਗ ਭੋਗ ਕੇ ਵੇਖ ਲਿਆ, ਖਾ ਖਾ ਕੇ ਵੇਖ ਲਿਆ। ਤੇ ਪਾਤਸ਼ਾਹ ਕਹਿਣ ਲੱਗੇ ਸੋ ਇਹ ਜਿਹੜੇ ਪਦਾਰਥ ਨੇ ਇਹਨਾਂ ਦੇ ਖਾਣ ਦੇ ਨਾਲ ਜੇ ਪ੍ਰਮਾਤਮਾ ਪ੍ਰਾਪਤ ਨਹੀਂ ਨਾ ਹੋਇਆ ਤੇ ਫਿਰ ਇਹ ਕਿਸੇ ਲੇਖੇ ਵਿੱਚ ਨਹੀਂ, ਕਿਸੇ ਹਿਸਾਬ ਦੇ ਵਿੱਚ ਨਹੀਂ ਹਨ। ਇਹੋ ਕਾਪੜ ਧਨ ਨ ਸੁਖਾਵੇ, ਘਰ ਨ ਸਕੋ ਹੋਵੇ ਸਾ। ਇਹ ਸੋਹਣੇ ਸੋਹਣੇ ਕੱਪੜੇ ਹੁਣ ਸਰੀਰ ਤੇ ਪਾਏ ਚੰਗੇ ਨਹੀਂ ਲੱਗਦੇ, ਲਿਬਾਸ ਬਣਾਏ, ਸ਼ਿੰਗਾਰ ਕੀਤੇ ਵੀ ਚੰਗੇ ਨਹੀਂ ਲੱਗਦੇ, ਕਿਉਂਕਿ ਪਤੀ ਤੇ ਮਿਲਿਆ ਹੀ ਨਹੀਂ ਹੈ। ਪਤੀ ਦੇ ਮਿਲਣ ਤੋਂ ਬਿਨਾਂ ਸ਼ਿੰਗਾਰ ਕੀਤੇ ਕਿਸੇ ਕੰਮ ਦੇ ਨਹੀਂ, ਕੱਪੜੇ ਪਾਏ ਕਿਸੇ ਕੰਮ ਦੇ ਨਹੀਂ। ਇਸੇ ਤਰ੍ਹਾਂ ਪਰਮਾਤਮਾ ਵੀ ਪਤੀ ਹੈ, ਉਹਨੂੰ ਮਿਲਣ ਤੋਂ ਬਿਨਾਂ ਜਪ ਕੀਤਾ, ਤਪ ਕੀਤਾ, ਯਾਤਰਾ ਕੀਤੀ, ਰੋਜ਼ਾ ਰੱਖਿਆ, ਬੜਾ ਕੁਝ ਕੀਤਾ ਹੈ। ਪਰ ਪਾਤਸ਼ਾਹ ਕਹਿਣ ਲੱਗੇ ਉਹ ਰੋਜ਼ੇ ਰੱਖੇ, ਇਸੇ ਤਰ੍ਹਾਂ ਜਪ ਕੀਤੇ, ਤਪ ਕੀਤੇ, ਬ੍ਰਤ ਰੱਖੇ, ਕਿਸੇ ਕੰਮ ਨਹੀਂ ਇਹ ਵੀ ਸ਼ਿੰਗਾਰ ਆਏ ਜੇ ਪ੍ਰਮਾਤਮਾ ਦੀ ਪ੍ਰਾਪਤੀ